ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਸੰਤ ਮਹਾਂਪੁਰਖ ਬਾਬਾ ਮਹਾਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਕੜੀ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਦੋਂ ਮਹਾਂਪੁਰਖਾਂ ਨੇ ਭਾਈ ਠਾਕਰਾ ਜੀ ਤੇ ਉਹਦੀ ਘਰਵਾਲੀ ਤੇ ਕਿਰਪਾ ਕਰ ਦਿੱਤੀ, ਇਸ ਕਿਰਪਾ ਤੋਂ ਬਾਅਦ ਫਿਰ ਮਹਾਂਪੁਰਖਾਂ ਦਾ ਉੱਥੋਂ ਜਾਣ ਦਾ ਜਿਹੜਾ ਵਿਚਾਰ ਸੀਗਾ ਉਸ ਅਸਥਾਨ ਤੋਂ ਉਹ ਕਿਸੇ ਨਾ ਕਿਸੇ ਜਿਹੜਾ ਹੈਗਾ ਉਹ ਤਰੀਕੇ ਦੇ ਵਿੱਚ ਬਦਲਣਾ ਸ਼ੁਰੂ ਹੋ ਗਿਆ। ਸੋ ਉਹ ਜਿਹੜਾ ਵਰਤਾਰਾ ਵਰਤਿਆ ਉਹ ਇਸ ਤਰ੍ਹਾਂ ਸੀਗਾ ਕਿ ਇਸ ਬਖਸ਼ਿਸ਼ ਤੋਂ ਬਾਅਦ ਭਾਈ ਠਾਕਰੇ ਜੀ ਦੀ ਜਿਹੜੀ ਘਰੋਂ ਸੀਗੀ ਉਹ ਆਪਣੇ ਨਿੱਤ ਦੀ ਸੇਵਾ ਦੇ ਵਿੱਚ ਜਦ ਉਹ ਟੋਪੇ ਤੋਂ ਪਾਣੀ ਭਰ ਜਾ ਰਹੀ ਸੀ ਤਾਂ ਉਸ ਨੂੰ ਪਿੰਡ ਦਾ ਲੰਬੜਦਾਰ ਮਿਲਿਆ। ਜਦ ਲੰਬੜਦਾਰ ਮਿਲਿਆ ਤੇ ਭਾਈ ਠਾਕਰੇ ਜੀ ਦੀ ਘਰਵਾਲੀ ਨੂੰ ਕਹਿਣ ਲੱਗਾ ਕਿ ਜਿਹੜਾ ਸੰਤ ਤੇਰੇ ਚੁਆਰੇ ਤੇ ਰਹਿੰਦਾ ਨਾ, ਪਾਣੀ ਬਹੁਤ ਡੋਲਦਾ ਹੈਗਾ। ਤੇ ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਠਾਕਰੇ ਜੀ ਦੇ ਘਰੋਂ ਜਿਹੜਾ ਸੀ ਉਹਦੇ ਮੂੰਹੋਂ ਵੀ ਨਿਕਲ ਗਿਆ, ਹਾਂ ਕਹਿੰਦੀ ਗੱਲ ਤਾਂ ਤੁਹਾਡੀ ਠੀਕ ਹੈਗੀ ਆ। ਦੇਖੋ ਇੰਨੀ ਗੱਲ ਕਹਿਣ ਦੀ ਢੇਰ ਸੀਗੀ ਤੇ ਜਦ ਆਈ ਮੁੜ ਕੇ ਤਾਂ ਫਿਰ ਇੱਧਰੋਂ ਮਹਾਂਪੁਰਖਾਂ ਨੂੰ ਖਬਰ ਲੱਗ ਗਈ ਚੁਆਰੇ ਤੇ ਬੈਠਿਆਂ। ਇਹਨਾਂ ਨੇ ਭਾਈ ਠਾਕਰੇ ਜੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗੀ, ਕਹਿੰਦੇ ਠਾਕਰਾ ਤੇਰਾ ਸਾਡੇ ਨਾਲ ਕੀਤਾ ਜਿਹੜਾ ਕੌਲ ਕਰਾ ਲਿਆ ਉਹ ਟੁੱਟ ਗਿਆ ਹੈਗਾ। ਜਦ ਇਹ ਗੱਲ ਹੋਈ ਤਾਂ ਭਾਈ ਠਾਕਰਾ ਜੀ ਬੜੇ ਹੈਰਾਨ ਹੋਏ, ਕਹਿਣ ਲੱਗੇ ਮਹਾਂਪੁਰਖੋ ਇਹੋ ਜਿਹੀ ਕਿਹੜੀ ਗਲਤੀ ਹੋਈ? ਤੇ ਬਾਬਾ ਮਹਾਰਨਾਮ ਸਿੰਘ ਹੁਣੀ ਕਹਿਣਗੇ, ਕਹਿੰਦੇ ਭਾਈ ਆਪਣੀ ਘਰ ਵਾਲੀ ਤੋਂ ਪੁੱਛ ਲਿਆ। ਜਦ ਇੰਨੀ ਗੱਲ ਹੋਈ ਆ ਤਾਂ ਭਾਈ ਠਾਕਰਾ ਜੀ ਤਾਂ ਥੱਲੇ ਉਤਰ ਗਏ। ਉਹ ਦੱਸਦੇ ਸੀ ਕਿ ਉਸ ਟਾਈਮ ਫਿਰ ਜਿਹੜੇ ਹਨੇਰੀ ਬੜੀ ਆਈ। ਜਦ ਹਨੇਰੀ ਆਈ, ਇਸ ਹਨੇਰੀ 'ਚ ਕੋਈ ਦਿਖਾਈ ਨਹੀਂ ਦਿੱਤਾ ਤੇ ਇਹਦੇ ਵਿੱਚ ਹੀ ਸੰਤ ਮਹਾਂਪੁਰਖ ਬਾਬਾ ਹਰਨਾਮ ਸੁਖਣੀ ਜਿਹੜੇ ਸੀਗੇ ਭਾਈ ਠਾਕਰੇ ਜੀ ਦਾ ਚੁਬਾਰਾ ਛੱਡ ਕੇ ਚਲੇ ਗਏ। ਜਦ ਚੁਬਾਰਾ ਛੱਡ ਕੇ ਚਲੇ ਗਏ, ਜਦ ਹਨੇਰੀ ਜਿਹੜੀ ਸੀ ਉਹ ਘੱਟ ਹੋਈ ਤਾਂ ਫਿਰ ਭਾਈ ਠਾਕਰੇ ਨੇ ਆਪਣੀ ਘਰਵਾਲੀ ਨੂੰ ਪੁੱਛਿਆ ਕਿ ਮਹਾਂਪੁਰਖ ਕਿੱਥੇ ਆ? ਜਦ ਚੁਬਾਰੇ ਤੇ ਦੇਖਿਆ ਤਾਂ ਚੁਬਾਰਾ ਖਾਲੀ ਸੀਗਾ, ਉੱਥੇ ਨਜ਼ਰ ਨਹੀਂ ਆਏ। ਪਰ ਇਸ ਗੱਲ ਦਾ ਬੜਾ ਬਰਾਗ ਲੱਗਾ ਕਿ ਮਹਾਂਪੁਰਖ ਚੁੱਪ-ਚਾਪ ਇੱਥੋਂ ਨਿਕਲ ਗਏ। ਪਰ ਫਿਰ ਭਾਈ ਠਾਕਰੇ ਨੂੰ ਯਾਦ ਹੈ ਕਿ ਮਹਾਂਪੁਰਖ ਨੇ ਕਿਹਾ ਤਾਂ ਸੀਗਾ ਕਿ ਅਸੀਂ ਜੋ ਤੁਹਾਡੇ ਨਾਲ ਕੌਲ ਕੀਤੇ ਸੀਗੇ ਉਹ ਕੌਲ ਜਿਹੜੇ ਸੀਗੇ ਉਹ ਸਾਡੇ ਨਾਲ ਹੁਣ ਟੁੱਟ ਗਏ ਹੈਗੇ ਆ। ਫਿਰ ਉਹਨਾਂ ਨੇ ਆਪਣੀ ਘਰਵਾਲੀ ਨੂੰ ਪੁੱਛਿਆ ਵੀ ਕਿਹੜਾ ਕੰਮ ਸੀਗਾ ਜਿਹੜਾ ਮਹਾਂਪੁਰਖਾਂ ਨੇ ਕਿਹਾ ਸੀਗਾ ਅਸੀਂ ਉੱਤੇ ਪਹਿਰਾ ਨਹੀਂ ਦੇ ਸਕੇ। ਤਾਂ ਫਿਰ ਭਾਈ ਠਾਕਰੇ ਜੀ ਦੇ ਘਰਵਾਲੀ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਮਹਾਂਪੁਰਖਾਂ ਦੀ ਗੱਲ ਦੇ ਵਿੱਚ ਆਪਾਂ ਉਹਨਾਂ ਨੂੰ ਕਿਹਾ ਸੀਗਾ ਕਿ ਨਾ ਅਸੀਂ ਕਿਸੇ ਦੀ ਗੱਲ ਜਿਹੜੀ ਹੈਗੀ ਉਹ ਪਿੰਡ ਵਿੱਚ ਕਰਨੀ ਆ ਨਾ ਸੁਣਨੀ ਆ। ਪਰ ਉਹ ਪਿੰਡ ਦਾ ਲੰਬੜਦਾਰ ਮਿਲਿਆ ਸੀ, ਉਹਨੇ ਮੈਨੂੰ ਮਹਾਂਪੁਰਖਾਂ ਦੀ ਬਾਬਤ ਇਹ ਗੱਲ ਕਹਿ ਦਿੱਤੀ ਸੀ ਵੀ ਜਿਹੜੇ ਸੰਤ ਢੱਡੇ ਚੁਬਾਰੇ 'ਤੇ ਰਹਿੰਦੇ ਆ ਇਹ ਪਾਣੀ ਬੜਾ ਡੋਲਦੇ ਆ। ਬਸ ਮੇਰੇ ਮੂੰਹੋਂ ਕੁਦਰਤੀ ਇਹ ਗੱਲ ਨਿਕਲ ਗਈ ਵੀ ਹਾਂ ਇਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਆ। ਕਹਿੰਦੇ ਲੈ ਉਹਦੀ ਲੰਬੜਦਾਰ ਦੀ ਹਾਂ 'ਚ ਹਾਂ ਮਿਲਾਉਣ ਦੇ ਕਰਕੇ ਕਹਿੰਦੇ ਜਿਹੜੇ ਸੀ ਉਹ ਸਾਡਾ ਜਿਹੜਾ ਕੌਲ ਬਚਨ ਸੀ ਮਹਾਂਪੁਰਖਾਂ ਦੇ ਨਾਲ ਉਹ ਟੁੱਟ ਗਿਆ ਸੀਗਾ, ਜਿਸ ਕਰਕੇ ਮਹਾਂਪੁਰਖ ਜਿਹੜੇ ਸੀਗੇ ਇਸ ਟਿਕਾਣੇ ਤੋਂ ਜਿਹੜਾ ਛੱਡ ਕੇ ਬਾਹਰ ਚਲੇ ਗਏ ਸੀ। ਉਸ ਤੋਂ ਬਾਅਦ ਫਿਰ ਭਾਈ ਠਾਕਰੇ ਜੀ ਨੂੰ ਬੜਾ ਬਰਾਗ ਹੋ ਗਿਆ ਸੀਗਾ। ਜਦ ਬਰਾਗ ਹੋ ਗਿਆ ਸੀਗਾ ਤੇ ਫਿਰ ਦਿਨ ਰਾਤ ਜਿਹੜੀ ਸੀ ਉਹ ਚੈਨ ਨਹੀਂ ਸੀ ਆਉਂਦੀ। ਮਹਾਂਪੁਰਖਾਂ ਦੀ ਯਾਦ ਬੜੀ ਸਤਾਉਂਦੀ ਸੀ। ਜਦੋਂ ਭਾਈ ਠਾਕਰਾ ਜੀ ਜਦ ਚੁਬਾਰੇ ਨੂੰ ਦੇਖਦੇ ਸੀਗੇ ਅੰਦਰੋਂ ਭੁੱਬਾਂ ਨਿਕਲਦੀਆਂ ਸੀਗੀਆਂ ਤੇ ਅਰਦਾਸ ਬੇਨਤੀ ਕਰਦੇ ਹੁੰਦੇ ਸੀਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਮਹਾਂਪੁਰਖ ਦੇ ਦਰਸ਼ਨ ਹੋ ਜਾਣ। ਫਿਰ ਕਿਉਂਕਿ ਭਾਈ ਠਾਕਰੇ ਜੀ ਨੂੰ ਮਹਾਂਪੁਰਖਾਂ ਨੇ ਇੱਕ ਵਾਰ ਇਹ ਵੀ ਕਹਿ ਦਿੱਤਾ ਸੀਗਾ ਕਿ ਅਗਰ ਅਸੀਂ ਇੱਥੋਂ ਅਚਨਚੇਤ ਕਿਤੇ ਚਲੇ ਵੀ ਜਾਈਏ ਤਾਂ ਤੈਨੂੰ ਅਸੀਂ ਜ਼ਰੂਰ ਦਰਸ਼ਨ ਦੇਵਾਂਗੇ। ਪਰ ਇਹ ਗੱਲ ਜਿਹੜੀ ਸੀ ਇਹ ਗੱਲ ਠਾਕਰੇ ਨੂੰ ਧਰਵਾਸ ਦਿੰਦੀ ਸੀ। ਪਰ ਦਰਸ਼ਨਾਂ ਦੀ ਜਿਹੜੀ ਖਿੱਚ ਸੀਗੀ ਉਹ ਦਿਨ ਰਾਤ ਬਣੀ ਰਹਿੰਦੀ ਸੀ, ਜਿਸ ਕਰਕੇ ਭਾਈ ਠਾਕਰੇ ਜੀ ਦਾ ਕਿਤੇ ਮਨ ਨਹੀਂ ਸੀ ਲੱਗਦਾ। ਸੋ ਇੱਕ ਵਾਰ ਇਹਨਾਂ ਦੀ ਘਰਵਾਲੀ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਸਾਰਾ ਦਿਨ ਸੋਚਾਂ ਦੇ ਵਿੱਚ ਡੁੱਬੇ ਰਹਿੰਦੇ ਆ ਅਤੇ ਤੁਹਾਡਾ ਕੰਮ ਕਰਨ ਦੇ ਵਿੱਚ ਧਿਆਨ ਵੀ ਜਿਹੜਾ ਨਹੀਂ ਲੱਗਦਾ ਹੈਗਾ ਅਤੇ ਤੁਸੀਂ ਥੋੜ੍ਹਾ ਚਿਰ ਆਰਾਮ ਕਰ ਲਿਆ ਕਰੋ। ਪਰ ਭਾਈ ਠਾਕਰੇ ਨੇ ਕਹਿ ਦਿੱਤਾ ਸੀਗਾ ਕਿ ਹੁਣ ਆਰਾਮ ਕਰਨ ਦਾ ਸਮਾਂ ਨਹੀਂ ਆ। ਪਰ ਜਦ ਰਾਤ ਹੋਈ ਘਰ ਨੇ ਰੋਟੀ ਪਾਣੀ ਪੁੱਛਿਆ ਅਤੇ ਫਿਰ ਠਾਕਰੇ ਨੇ ਰੋਟੀ ਵੀ ਨਹੀਂ ਖਾਧੀ ਸੀਗੀ ਮਹਾਂਪੁਰਖਾਂ ਦੇ ਵਿਜੋਗ ਕਰਕੇ। ਉਸ ਨੂੰ ਦੇਖ ਕੇ ਬਾਕੀ ਪਰਿਵਾਰ ਨੇ ਰੋਟੀ ਖਾ ਲਈ ਪਰ ਘਰ ਵਾਲੀ ਨੇ ਵੀ ਨਹੀਂ ਰੋਟੀ ਖਾਧੀ। ਦੇਖੋ ਐਸੇ ਬਰਾਗ ਦੀ ਖਿੱਚ ਪਈ। ਕਾਰਨ ਇਸ ਤਰ੍ਹਾਂ ਦਾ ਬਣਿਆ ਕਿ ਇੱਕ ਵਾਰੀ ਭਾਈ ਠਾਕਰਾ ਜੀ ਜਾ ਰਹੇ ਸੀ, ਰਸਤੇ ਦੇ ਵਿੱਚ ਇੱਕ ਜੋਗੀ ਕੋਈ ਮਸਤ ਫਕੀਰ ਜਿਹੜਾ ਸੀਗਾ ਇਹਨਾਂ ਨੂੰ ਮਿਲਿਆ ਸੀਗਾ। ਜਦ ਮਿਲਿਆ ਸੀ ਤਾਂ ਭਾਈ ਠਾਕਰੇ ਜੀ ਨੇ ਉਹਨੂੰ ਸਾਧੂ ਲਿਬਾਸ ਸਮਝ ਕੇ ਜਦ ਨਮਸਕਾਰ ਕੀਤੀ ਤਾਂ ਨਾਲ ਉਹਨੂੰ ਸੇਵਾ ਪਾਣੀ ਪੁੱਛੀ ਕਿ ਮਹਾਂਪੁਰਖੋ ਕੋਈ ਸੇਵਾ ਹੈਗੀ ਤਾਂ ਦੱਸੋ। ਪਰ ਉਸ ਫਕੀਰ ਨੇ ਭਾਈ ਠਾਕਰੇ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਸਾਨੂੰ ਤਾਂ ਸੇਵਾ ਦੀ ਕੋਈ ਲੋੜ ਨਹੀਂ, ਪਰ ਇੱਥੋਂ ਥੋੜ੍ਹੀ ਦੂਰ ਜਾਓ ਉੱਥੇ ਇੱਕ ਪੂਰਨ ਸੰਤ ਮਹਾਂਪੁਰਖ ਬੈਠੇ ਆ, ਕਹਿੰਦੇ ਉਹਨਾਂ ਦੇ ਮੈਂ ਦਰਸ਼ਨ ਕਰਕੇ ਪੂਰੀ ਤਰ੍ਹਾਂ ਤ੍ਰਿਪਤ ਹੋ ਗਿਆ ਹਾਂ ਅਤੇ ਮੇਰੇ 'ਤੇ ਕਿਰਪਾ ਹੋ ਗਈ ਆ ਅਤੇ ਮੇਰੀ ਜਿਹੜੀ ਹਾਲਤ ਆ ਹੁਣ ਬੇਪਰਵਾਹੀ ਦੇ ਵਿੱਚ ਚਲੇ ਗਈ ਹੈਗੀ ਆ। ਅਗਰ ਤੁਸੀਂ ਸੇਵਾ ਕਰਨੀ ਆ ਤਾਂ ਉਹਨਾਂ ਸੰਤ ਮਹਾਂਪੁਰਖਾਂ ਦੀ ਕਰੋ। ਕਿਉਂਕਿ ਭਾਈ ਠਾਕਰੇ ਜੀ ਨੂੰ ਸੇਵਾ ਕਰਨ ਦਾ ਚਾਅ ਜਿਹੜਾ ਸੀ ਮਹਾਂਪੁਰਖਾਂ ਦਾ ਸਾਧੂਆਂ ਦਾ ਸ਼ੁਰੂ ਤੋਂ ਹੀ ਬਣਿਆ ਰਹਿੰਦਾ ਸੀਗਾ। ਕਿਉਂਕਿ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਸੰਤ ਬ੍ਰਹਮਦਾਸ ਦੀ ਵੀ ਸੇਵਾ ਕੀਤੀ ਸੀ। ਉਹਨਾਂ ਨੂੰ ਵੀ ਚੁਬਾਰੇ ਦੇ ਵਿੱਚ ਜਿਹੜਾ ਸੀਗਾ ਉਹਨਾਂ ਨੂੰ ਠਹਿਰਾ ਕੇ ਉਹਨਾਂ ਦੀ ਸੇਵਾ ਕਰਦੇ ਰਹੇ। ਉਸ ਤੋਂ ਬਾਅਦ
ਬਾਅਦ ਬਾਬਾ ਸੰਤ ਬਾਬਾ ਮਹਾਹਰਨਾਮ ਸਿੰਘ ਹੋਣਾ ਦੀ ਜਿਹੜੀ 2 ਸਾਲ ਸੇਵਾ ਕੀਤੀ ਆ। ਫਿਰ ਉਹ ਫਕੀਰ ਨੂੰ ਪੁੱਛਿਆ ਕਿ ਕੋਈ ਸੇਵਾ ਹੈਗੀ ਆ, ਪਰ ਉਹਨੇ ਜਦੋਂ ਉਹ ਇਸ਼ਾਰਾ ਦਿੱਤਾ ਕਿ ਛੱਪੜ ਦੇ ਕੰਢੇ ਕੋਈ ਪੂਰਨ ਸਾਧੂ ਬੈਠੇ ਆ, ਤੁਸੀਂ ਉਹਨਾਂ ਤੋਂ ਸੇਵਾ ਪੁੱਛ ਲਓ। ਪਰ ਜਦ ਭਾਈ ਠਾਕਰੇ ਜੀ ਗਏ, ਸਬੱਬ ਐਸਾ ਬਣੇ, ਜਦ ਨਜ਼ਰ ਚੌਕ ਕੇ ਦੇਖਾ ਤਾਂ ਮੱਥਾ ਟੇਕ ਕੇ ਤਾਂ ਸੰਤ ਮਹਾਂਪੁਰਖ ਬਾਬਾ ਹਰਨਾਮ ਸੋਹਣੀ ਬੈਠੀ, ਜਿਸ ਨੂੰ ਦੇਖ ਕੇ ਭਾਈ ਠਾਕਰਾ ਜਿਹੜਾ ਸੀਗਾ ਭੁੱਬਾ ਮਾਰ ਕੇ ਰੋਇਆ ਮਹਾਂਪੁਰਖਾਂ ਤੋਂ। ਪਰ ਮਹਾਂਪੁਰਖਾਂ ਨੇ ਭਾਈ ਠਾਕਰੇ ਜੀ ਨੂੰ ਦਿਲਾਸਾ ਦਿੱਤਾ ਸੀਗਾ। ਫਿਰ ਕਿਹਾ ਸੀਗਾ, ਕਹਿੰਦੇ ਵੀ ਭਾਈ ਤੂੰ ਮਨ ਦੇ ਵਿੱਚ ਕੋਈ ਚਿੰਤਾ ਨਾ ਕਰਿਆ ਕਰ, ਤੇਰੇ ਉੱਤੇ ਉਸ ਅਕਾਲ ਪੁਰਖ ਦੀ ਬਹੁਤ ਬਖਸ਼ਿਸ਼ ਹੈਗੀ, ਕਿਉਂਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਧੂਆਂ ਸੰਤਾਂ ਦੀ ਸੇਵਾ ਦਾ ਮਨ ਦੇ ਵਿੱਚ ਚਾਅ ਬਣਾ ਕੇ ਬੈਠਾ ਹੈਗਾ। ਦੇਖੋ ਐਸੀ ਕਿਰਪਾ ਕੀਤੀ ਭਾਈ ਠਾਕਰੇ ਤੇ ਭਾਈ ਠਾਕਰੇ ਜੀ ਨੂੰ ਮਹਾਂਪੁਰਖਾਂ ਨੇ ਪ੍ਰਸੰਨਤਾ ਦੇ ਵਿੱਚ ਸਾਰਾ ਕੁਝ ਬਖਸ਼ ਦਿੱਤਾ, ਰਿੱਧੀਆਂ ਸਿੱਧੀਆਂ ਬਖਸ਼ ਦਿੱਤੀਆਂ। ਜਿਵੇਂ ਕਹਿ ਲਓ ਕਿ ਇਸ ਤਰ੍ਹਾਂ ਮਹਾਂਪੁਰਖਾਂ ਦੀ ਕਿਰਪਾ ਕਰਕੇ ਭਾਈ ਠਾਕਰੇ ਜੀ ਜਿਹੜੇ ਸੀਗੇ ਉਹ ਸਿੱਧ ਪੁਰਸ਼ ਹੋ ਗਏ ਸੀਗੇ ਤੇ ਉਹਨਾਂ ਨੂੰ ਅੰਤਰਜਾਮਤਾ ਵੀ ਪ੍ਰਾਪਤ ਹੋ ਗਈ ਸੀਗੀ। ਜਦ ਇਹ ਬਖਸ਼ਿਸ਼ਾਂ ਸੰਤ ਮਹਾਂਪੁਰਖ ਬਾਬਾ ਮਹਾਹਰਨਾਮ ਸੋਹਣਾ ਨੇ ਭਾਈ ਠਾਕਰੇ ਜੀ ਦੇ ਕੀਤੀ, ਅਸੀਂ ਉਹਨੂੰ ਨਿਹਾਲ ਕਰ ਦਿੱਤਾ ਸੀ। ਤੇ ਫਿਰ ਭਾਈ ਠਾਕਰੇ ਨੇ ਕਿਹਾ ਸੀਗਾ ਕਿ ਇਹੋ ਜਿਹੀ ਬਖਸ਼ਿਸ਼ ਤੁਸੀਂ ਮੇਰੇ ਪਰਿਵਾਰ ਤੇ ਵੀ ਕਰੋ, ਕਿਉਂਕਿ ਭਾਈ ਠਾਕਰੇ ਜੀ ਦੇ 2 ਲੜਕੇ ਸੀਗੇ। ਇੱਕ ਦਾ ਨਾਂ ਸੀ ਸੁੰਦਰ ਸਿੰਘ, ਦੂਸਰੇ ਦਾ ਨਾਂ ਸੀਗਾ ਰਾਮ ਸਿੰਘ। ਤਾਂ ਮਹਾਂਪੁਰਖ ਨੇ ਕਹਿ ਦਿੱਤਾ ਸੀਗਾ ਕਿ ਸਭ ਦੇ ਉੱਤੇ ਅਕਾਲ ਪੁਰਖ ਦੀ ਬਖਸ਼ਿਸ਼ ਕਿਰਪਾ ਜਿਹੜੀ ਉਹ ਸਦਾ ਬਣੀ ਰਹੂਗੀ। ਦੇਖੋ ਉਸ ਤੋਂ ਬਾਅਦ ਫਿਰ ਭਾਈ ਠਾਕਰੇ ਜੀ ਮਹਾਂਪੁਰਖਾਂ ਕੋਲ ਆਉਂਦੇ ਰਹੇ, ਇੱਥੇ ਹੀ ਸੇਵਾ ਕਰਦੇ ਰਹੇ, ਇੱਥੇ ਹੀ ਘਰੋਂ ਪ੍ਰਸ਼ਾਦਾ ਪਾਣੀ, ਪਰੌਠਾ, ਦੁੱਧ ਤੇ ਹੋਰ ਪਾਣੀ ਤੇ ਜਲ ਦੀ ਸੇਵਾ ਜਿਹੜੇ ਸੀ ਕਿ ਠਾਕਰੇ ਦੀ ਘਰ ਵਾਲੀ ਕਰਦੀ ਰਹੀ। ਕਹਿੰਦੇ ਇੱਕ ਵਾਰੀ ਸਮਾਂ ਆਇਆ ਤੇ ਭਾਈ ਠਾਕਰੇ ਜੀ ਦੇ ਵੱਡੇ ਲੜਕੇ ਦਾ ਜਦ ਵਿਆਹ ਹੋਇਆ ਤੇ ਘਰਦਿਆਂ ਨੇ ਵਿਆਹ ਦੀ ਜਿਹੜੀ ਇਹ ਮਨਜ਼ੂਰੀ ਸੀਗੀ ਭਾਈ ਠਾਕਰੇ ਜੀ ਨੂੰ ਪੁੱਛੀ, ਤਾਂ ਭਾਈ ਠਾਕਰੇ ਜੀ ਨੇ ਇਹ ਰਿਸ਼ਤੇ ਦੀ ਗੱਲ ਕਹਿ ਦਿੱਤੀ ਸੀਗੀ ਵੀ ਇਹ ਜਿਹੜਾ ਰਿਸ਼ਤਾ ਹੈਗਾ ਇਹ ਵੱਡੇ ਲੜਕੇ ਨੂੰ ਛੱਡ ਕੇ ਛੋਟੇ ਨੂੰ ਕਰ ਦਿਓ। ਪਰ ਘਰਦਿਆਂ ਨੇ ਸਲਾਹ ਕੀਤੀ ਕਿ ਅਗਰ ਵੱਡੇ ਨੂੰ ਛੱਡ ਕੇ ਛੋਟੇ ਨੂੰ ਕੀਤਾ ਤੇ ਫਿਰ ਵੱਡਾ ਜਿਹੜਾ ਕੀ ਸੋਚੂਗਾ ਕਿ ਮੇਰੇ ਵਿੱਚ ਕਿਹੜੀ ਕੋਈ ਐਸਾ ਐਬ ਹੈ, ਘਾਟ ਹੈਗੀ ਜਿਹਦੇ ਕਰਕੇ ਮੈਨੂੰ ਛੱਡ ਕੇ ਛੋਟੇ ਨੂੰ ਰਿਸ਼ਤਾ ਕਰ ਦਿੱਤਾ ਹੈਗਾ। ਪਰ ਘਰਦਿਆਂ ਨੇ ਜਿਹੜੀ ਸੀਗੀ ਉਹ ਲੜਕੀ ਦਾ ਰਿਸ਼ਤਾ ਜਿਹੜਾ ਸੀਗਾ ਵੱਡੇ ਲੜਕੇ ਨੂੰ ਕਰਤਾ। ਜਦ ਵੱਡੇ ਲੜਕੇ ਨੂੰ ਕਰਤਾ ਤੇ ਫਿਰ ਦੇਖੋ ਭਾਈ ਠਾਕਰੇ ਜੀ ਉਹ ਜਿਹੜੇ ਸੀ ਉਹ ਚੁੱਪ ਰਹੇ। ਉਸ ਤੋਂ ਬਾਅਦ ਜਦ ਵਿਆਹ ਦਾ ਸਮਾਂ ਆਇਆ ਤੇ ਭਾਈ ਠਾਕਰੇ ਜੀ ਨੇ ਕਿਹਾ ਸੀ, ਕਹਿੰਦੇ ਵੀ ਜਿਹੜੇ ਆਨੰਦ ਕਾਰਜ ਹਨ ਦੁਪਹਿਰ ਤੋਂ ਬਾਅਦ ਕਰਿਓ। ਪਰ ਕਿਉਂਕਿ ਉਸ ਟਾਈਮ ਜਿਹੜੇ ਸੀ ਆਨੰਦ ਕਾਰਜ ਅੰਮ੍ਰਿਤ ਵੇਲੇ ਜਿਹੜੇ ਸੀ ਮਰਜ਼ਾਦਾ ਦੇ ਅਨੁਸਾਰ ਹੁੰਦੇ ਸੀਗੇ, ਇਸ ਕਰਕੇ ਕੁੜੀ ਵਾਲੇ ਨੇ ਕਹਿ ਦਿੱਤਾ ਕਿ ਅਸੀਂ ਇਹ ਮਰਜ਼ਾਦਾ ਜੋ ਅੰਮ੍ਰਿਤ ਵੇਲੇ ਦੇ ਆਨੰਦ ਕਾਰਜਾਂ ਦੀ ਹੈ ਇਹ ਕਿਵੇਂ ਬਦਲ ਸਕਦੇ ਹਾਂ। ਪਰ ਜਿਸ ਨੂੰ ਸੁਣ ਕੇ ਭਾਈ ਠਾਕਰੇ ਜਿਹੜੇ ਸੀ ਚੁੱਪ ਕਰ ਗਏ। ਉਸ ਤੋਂ ਬਾਅਦ ਜਦ ਜਿਹੜੇ ਸੀ ਇਹ ਲਾਵਾਂ ਹੋਈਆਂ, ਉਸ ਤੋਂ ਬਾਅਦ ਭਾਈ ਠਾਕਰੇ ਨੂੰ ਪੁੱਛਿਆ ਤਾਂ ਭਾਈ ਠਾਕਰੇ ਨੇ ਇਹ ਗੱਲ ਕਹਿ ਦਿੱਤੀ ਸੀ, ਕਹਿੰਦੇ ਵੀ ਜਦੋਂ ਇਹ ਆਪਣੇ ਲੜਕਾ ਤੇ ਲੜਕੀ ਵਿਆਹ ਕੇ ਘਰ ਆਉਣਗੇ ਹੈ ਨਾ, ਤੇ ਇਹਨਾਂ ਦੇ ਜਿਹੜੇ ਵਿਆਹ ਦੇ ਪਾਏ ਹੋਏ ਕੱਪੜੇ ਇਹਨਾਂ ਨੂੰ ਤੁਸੀਂ ਸਾੜ ਦਿਓ। ਪਰ ਇਹ ਵੀ ਗੱਲ ਜਿਹੜੀ ਸੀ ਕਿਸੇ ਨੇ ਅਣਗੌਲੀ ਨਹੀਂ। ਕਾਰਨ ਐਸਾ ਹੋਇਆ ਸੀਗਾ ਕਿ ਭਾਈ ਠਾਕਰੇ ਦੇ ਲੜਕੇ ਨੂੰ ਜਿਹੜਾ ਸੀਗਾ ਉਹ ਲਾਵਾਂ ਦੇ ਟਾਈਮ ਜਿਹੜਾ ਸੀਗਾ ਥੋੜ੍ਹਾ ਬੁਖਾਰ ਹੋਣਾ ਸ਼ੁਰੂ ਹੋ ਗਿਆ। ਪਰ ਜਦ ਘਰ ਆਇਆ ਸੀਗਾ ਵਿਆਹ ਕੇ ਬੁਖਾਰ ਤੇਜ਼ ਹੋ ਗਿਆ ਤੇ ਇੰਨਾ ਬੁਖਾਰ ਤੇਜ਼ ਹੋ ਗਿਆ ਤੇ ਉਹਨੇ ਆਪਣੀ ਮਾਂ ਨੂੰ ਇਹ ਗੱਲ ਕਹਿਤੀ ਸੀਗੀ ਕਿ ਮੈਨੂੰ ਲੱਗਦਾ ਕਿ ਮੇਰਾ ਸਮਾਂ ਆ ਗਿਆ ਹੈਗਾ ਤੇ ਇਸ ਕਰਕੇ ਤੁਸੀਂ ਜਿਹੜੇ ਸ਼ਗਨ ਕਰਨੇ ਹਨ ਆਪਣੀ ਨਹੁੰ ਦੇ ਹੁਣ ਤੁਸੀਂ ਕਰ ਸਕਦੇ। ਦੇਖੋ ਉਹ ਜਿਹੜਾ ਵਿਆਹ ਸੀਗਾ ਉਹ ਖੁਸ਼ੀ ਦੀ ਜਗ੍ਹਾ ਗਮੀ 'ਚ ਬਦਲ ਰਿਹਾ ਜਦੋਂ ਪਹਿਲੇ ਲੜਕੇ ਦੀ ਮੌਤ ਹੋ ਗਈ ਸੀ। ਤੇ ਉਸ ਤੋਂ ਬਾਅਦ ਫਿਰ ਉਹਦੀ ਜਿਹੜੀ ਘਰ ਵਾਲੀ ਸੀਗੀ ਉਹ ਛੋਟੇ ਲੜਕੇ ਦੇ ਜਿਹੜੇ ਸੀਗੇ ਉਹ ਬਿਠਾ ਦਿੱਤੀ ਗਈ ਸੀ। ਸੋ ਇਹ ਮਹਾਂਪੁਰਖਾਂ ਦੇ ਬਚਨ ਭਾਈ ਠਾਕਰੇ ਜੀ ਦੇ ਜਿਹੜੇ ਮੂੰਹੋਂ ਜਾਂ ਆਉਣ ਵਾਲੇ ਜਿਹੜੀ ਭਵਿੱਖ ਦੀ ਜੋ ਬਣਤਰ ਸੀਗੀ, ਜੋ ਆਉਣ ਵਾਲਾ ਸਮਾਂ ਸੀਗਾ, ਭਾਈ ਠਾਕਰੇ ਜੀ ਨੇ ਪਹਿਲਾਂ ਜਿਹੜਾ ਸੀ ਸੰਕੇਤਾਂ ਦੇ ਵਿੱਚ ਆਪਣੇ ਘਰਦਿਆਂ ਨਾਲ ਸਾਂਝਾ ਕਰ ਦਿੱਤਾ ਸੀ। ਪਰ ਬਦਕਿਸਮਤੀ ਇਹ ਸੀਗੀ ਕਿ ਘਰ ਦੇ ਜਿਹੜੇ ਸੀਗੇ ਇਹਨਾਂ ਸੰਕੇਤਾਂ ਨੂੰ, ਇਹਨਾਂ ਇਸ਼ਾਰਿਆਂ ਨੂੰ ਜਿਹੜੇ ਸੀ ਭਾਈ ਠਾਕਰੇ ਜੀ ਦੇ ਸਮਝ ਨਹੀਂ ਸਕੇ ਹੈਗੇ। ਦੇਖੋ ਕਿਰਪਾ ਐਸੀ ਹੋਈ, ਮਹਾਂਪੁਰਖ ਜਿਹੜੇ ਸੀਗੇ ਉੱਥੋਂ ਚੱਲ ਕੇ ਇੱਕ ਐਸੀ ਜਗ੍ਹਾ ਦੇ ਵਿੱਚ ਜਿਹੜੀ ਬੈਠੇ ਹੈਗੇ ਜਿਸ ਜਗ੍ਹਾ ਸੰਗਤਾਂ ਦਾ ਆਉਣਾ ਜਾਣਾ ਬੜਾ ਬਣਿਆ ਰਹਿੰਦਾ ਸੀਗਾ। ਪਰ ਮਹਾਂਪੁਰਖਾਂ ਦਾ ਵਚਨ ਸੀਗਾ ਕਿ ਐਸੀ ਜਗ੍ਹਾ ਬੈਠੀਏ ਜਿਹੜੀ ਜਗ੍ਹਾ ਕਿਸੇ ਦੀ ਨਾ ਹੋਵੇ। ਭਾਵ ਕੀ ਆ, ਉਹ ਜਗ੍ਹਾ ਜਿਹੜੀ ਹੈ ਨਾ ਕਿਸੇ ਦੀ ਨਾ ਹੋਵੇ, ਉਹ ਜਗ੍ਹਾ ਸਭ ਦੀ ਸਾਂਝੀ ਹੋਵੇ। ਜਦ ਇਹ ਜਿਹੜੀ ਵਿਚਾਰ ਸੀਗੀ ਇਹ ਮਹਾਂਪੁਰਖਾਂ ਦੇ ਮਨ ਦੇ ਵਿੱਚ ਚੱਲਦੀ ਸੀਗੀ, ਕੁਦਰਤੀ ਜਿਹੜਾ ਸੀਗਾ ਉਹ ਸਮਾਂ ਐਸਾ ਬਣਿਆ ਕਿ ਇੱਕ ਭਾਈ ਕਿਸ਼ਨ ਸਿੰਘ ਹੋਇਆ ਕਮਾਲ ਪੱਟੀ ਦੇ। ਇਹ ਜਦੋਂ ਮਹਾਂਪੁਰਖਾਂ ਨੂੰ ਮਿਲੇ ਸੀਗੇ ਤੇ ਇਹਨਾਂ ਨੇ ਮਹਾਂਪੁਰਖਾਂ ਨੂੰ ਜਿਹੜਾ ਦੇਖਦੇ ਸਾਰੇ ਗੱਲ ਕਹਿਤੀ ਸੀਗੀ ਕਿ ਤੁਸੀਂ ਹੈ ਨਾ ਮੇਰੇ ਖੇਤ ਦੇ ਵਿੱਚ ਜਿਹੜਾ ਹੈਗਾ ਆਪਣੀ ਰਿਹਾਇਸ਼ ਬਣਾ ਲਓ। ਜਦ ਇੰਨੀ ਗੱਲ ਹੋਈ ਸੀ ਤਾਂ ਮਹਾਂਪੁਰਖਾਂ ਨੇ ਭਾਈ ਕਿਸ਼ਨ ਸਿੰਘ ਨੂੰ ਇਹ ਗੱਲ ਕਹਿਤੀ ਸੀ, ਕਹਿੰਦੇ ਭਾਈ ਅਸੀਂ ਕਿਸੇ ਦੇ ਖੇਤ ਦੇ ਵਿੱਚ ਨਹੀਂ ਬੈਠਣਾ। ਅਗਰ ਖੇਤ 'ਚ ਬੈਠ ਗਏ ਆ ਤੇ ਸਾਡੇ ਬੈਠਣ ਕਰਕੇ ਸੰਗਤ ਵੀ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਆ, ਫਿਰ ਖੇਤ ਦੇ ਵਿੱਚ ਡੰਡੀਆਂ ਵੀ ਪੈ ਜਾਂਦੀਆਂ, ਜਿਹਦੇ ਕਰਕੇ ਸਮਾਂ ਆ ਕੇ ਤੂੰ ਜਿਹੜਾ ਹੈ ਨਾ ਸਾਡੇ ਨਾਲ ਝਗੜਾ ਕਰੂੰਗਾ। ਤੇ ਇਸ ਕਰਕੇ ਅਸੀਂ ਕਿਸੇ ਖੇਤ ਦੇ ਵਿੱਚ ਨਹੀਂ ਬਹਿਣਾ। ਹਾਂ, ਅਗਰ ਤੂੰ ਸਾਨੂੰ ਕਿਤੇ ਬਿਠਾਉਣਾ ਹੈਗਾ, ਕਿਤੇ ਸਾਂਝੀ ਜਗ੍ਹਾ ਹੈਗੀ ਤੂੰ ਉਹਦੀ ਦੱਸ ਪਾ। ਪਰ ਦੇਖੋ ਉਸ ਟਾਈਮ ਤਾਂ ਭਾਈ ਕਿਸ਼ਨ ਸਿੰਘ ਜਿਹੜਾ ਸੀਗਾ ਇਸ ਗੱਲ ਨੂੰ ਮੰਨਿਆ ਨਹੀਂ ਹੈ
ਤੇ ਮਹਾਂਪੁਰਖਾਂ ਨੂੰ ਕਹਿਣ ਲੱਗਾ ਜੀ ਕੋਈ ਗੱਲ ਨਹੀਂ, ਤੁਸੀਂ ਮੇਰੇ ਖੇਤ 'ਚ ਬੈਠੋ, ਮੈਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰੂੰਗਾ। ਪਰ ਮਹਾਂਪੁਰਖਾਂ ਨੇ ਕਹਿ ਦਿੱਤਾ ਸੀਗਾ, ਕਹਿੰਦੇ ਭਾਈ ਇਹ ਜਿਹੜਾ ਤੇਰਾ ਵਚਨ ਵਾ ਨਾ ਕੌਲ, ਤੈਂ ਤੇ ਪੂਰਾ ਨਹੀਂ ਉਤਰਨਾ, ਸਮਾਂ ਪਾ ਕੇ ਤੂੰ ਜਿਹੜਾ ਉਹ ਬਦਲ ਜਾਣਾ ਹੈਗਾ, ਫਿਰ ਤੂੰ ਬਾਅਦ 'ਚ ਸਾਡੇ ਨਾਲ ਝਗੜਾ ਕਰੂੰਗਾ। ਪਰ ਉਸ ਟਾਈਮ ਤਾਂ ਭਾਈ ਕਿਸ਼ਨ ਸਿੰਘ ਨੇ ਜ਼ੋਰ ਦੇ ਨਾਲ ਮਹਾਂਪੁਰਖਾਂ ਨੂੰ ਜਿਹੜੇ ਸੀ ਆਪਣੇ ਖੇਤ ਦੇ ਵਿੱਚ ਬਿਠਾ ਦਿੱਤਾ, ਜਿੱਥੇ ਇੱਕ ਛੋਟਾ ਜਿਹਾ ਥੜਾ ਸੀਗਾ, ਉਹਦੇ ਵਿੱਚ ਮਹਾਂਪੁਰਖਾਂ ਨੂੰ ਕਹਿ ਦਿੱਤਾ ਕਿ ਤੁਸੀਂ ਇਸ ਥੜੇ 'ਤੇ ਬੈਠ ਜਾਓ। ਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਇਹ ਜਗ੍ਹਾ ਤਾਂ ਤੇਰੇ ਸਾਰੇ ਖੇਤਾਂ ਦੇ ਵਿਚਕਾਰ ਹੈਗੀ, ਇਸ ਕਰਕੇ ਸੰਗਤ ਦਾ ਜਦ ਆਉਣਾ ਜਾਣਾ ਸ਼ੁਰੂ ਹੋ ਜਾਊਗਾ ਤੇ ਤੇਰੀ ਫਸਲਾਂ ਦੇ ਵਿੱਚ ਡੰਡੀਆਂ ਪੈਣਗੀਆਂ, ਤੇਰੀ ਫਸਲ ਖਰਾਬ ਹੋਊਗੀ, ਫਿਰ ਤੂੰ ਸਾਡੇ ਨਾਲ ਝਗੜਾ ਕਰੂੰਗਾ। ਪਰ ਉਸ ਟਾਈਮ ਤਾਂ ਭਾਈ ਕਿਸ਼ਨ ਸਿੰਘ ਨੇ ਜਿਹੜੀ ਇਹ ਗੱਲ ਸੁਣੀ ਅਣਸੁਣੀ ਕਰ ਦਿੱਤੀ। ਪਰ ਮਹਾਂਪੁਰਖ ਅਖੀਰ ਜਦ ਬੈਠ ਹੀ ਗਏ ਤਾਂ ਮਹਾਂਪੁਰਖਾਂ ਨੇ ਕਹਿ ਤਾ, ਕਹਿੰਦੇ ਭਾਈ ਹੁਣ ਤਾਂ ਤੂੰ ਸਾਨੂੰ ਬਿਠਾ ਰਿਹਾ ਹੈਗਾ, ਪਰ ਅਗਰ ਤੂੰ ਸਾਨੂੰ ਬਿਠਾ ਗਿਆ ਹੈ ਨਾ ਤਾਂ ਅਸੀਂ ਆਪ ਨਹੀਂ ਉੱਠਣਾ ਹੈਗਾ। ਫਿਰ ਉਹ ਵੀ ਸਮਾਂ ਆ ਜਾਊਗਾ ਜਦੋਂ ਤੂੰ ਸਾਨੂੰ ਜ਼ਬਰਦਸਤੀ ਇਸ ਜਗ੍ਹਾ ਤੋਂ ਉਠਾਉਣ ਦੀ ਕੋਸ਼ਿਸ਼ ਕਰੂੰਗਾ। ਦੇਖੋ ਇਹ ਵੀ ਗੱਲ ਹੈ ਨਾ ਮਹਾਂਪੁਰਖਾਂ ਦੀ ਜਿਹੜੀ ਸੀ ਸੱਤ ਹੋਈ, ਕਿਉਂਕਿ ਮਹਾਂਪੁਰਖ ਬੈਠੇ ਹੈ, ਆਪ ਸੰਗਤਾਂ ਨੂੰ ਪਤਾ ਹੈਗਾ ਕਿ ਜਿੱਥੇ ਕਮਲ ਦੇ ਫੁੱਲ ਜਿਹੜਾ ਉਹ ਉਗ ਜਵੇ, ਭੌਰੇ ਜਿਹੜੇ ਉੱਥੇ ਆ ਕੇ ਮਟਰਾਈ ਜਾਂਦੇ ਆ, ਸੰਗਤਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ। ਤੇ ਭਾਈ ਕਿਸ਼ਨ ਸਿੰਘ ਦੇ ਖੇਤ 'ਚ ਡੰਡੀਆਂ ਪੈ ਗਈਆਂ। ਜਦੋਂ ਭਾਈ ਕਿਸ਼ਨ ਸਿੰਘ ਆਉਂਦਾ ਪਰ ਅੰਦਰ ਇਹ ਡੰਡੀਆਂ ਦੇ ਕੇ ਨਾ ਦੰਦ ਪੀ ਕੇ ਰਹਿ ਜਾਂਦਾ। ਹੌਲੀ ਹੌਲੀ ਸਮਾਂ ਆਇਆ, ਭਾਈ ਕਿਸ਼ਨ ਸਿੰਘ ਕੋ ਇਹ ਗੱਲ ਜਿਹੜੀ ਹੈ ਨਾ ਉਹ ਬਰਦਾਸ਼ਤ ਤੋਂ ਬਾਹਰ ਹੋ ਗਈ। ਮਨ 'ਚ ਵਿਚਾਰ ਬਣਾਈ ਕਿ ਹੋਵੇ ਨਾ ਹੈ ਨਾ ਤੇ ਇੱਥੇ ਦੇ ਜਿਹੜੇ ਸੰਤ ਮਹਾਂਪੁਰਖ ਬਾਬਾ ਮਹਾਰਾਮ ਸਿੰਘ ਇਹਨਾਂ ਨੂੰ ਆਪਣੇ ਖੇਤ 'ਚੋਂ ਉਠਾ ਦਈਏ। ਜਦ ਇਹ ਵਿਚਾਰਾਂ ਅੰਦਰ ਜ਼ੋਰ ਦੀ ਦੇਣੀ ਭਾਈ ਕਿਸ਼ਨ ਸਿੰਘ ਦੇ ਅੰਦਰ ਘਰ ਕਰਨ ਲੱਗੀਆਂ ਤੇ ਇੱਕ ਦਿਨ ਇਹ ਵਿਚਾਰ ਬਣਾ ਕੇ ਜਦ ਆਇਆ, ਰਸਤੇ ਵਿੱਚ ਇਹਦਾ ਇੱਕ ਮਿੱਤਰ ਜੀਤਾ ਸੀਗਾ, ਉਹ ਨਾ ਮਹਾਂਪੁਰਖਾਂ ਨੂੰ ਮਿਲ ਗਿਆ। ਜਦ ਜੀਤਾ ਮਹਾਂਪੁਰਖਾਂ ਨੂੰ ਮਿਲ ਗਿਆ ਤਾਂ ਜੀਤੇ ਨੇ ਸੁਭਾਵਿਕ ਹੀ ਪੁੱਛ ਲਿਆ ਕਿ ਕਿਸ਼ਨ ਸਿੰਘ ਤੂੰ ਕਿੱਧਰ ਜਾ ਰਿਹਾ ਹੈ। ਤੇ ਕਿਸ਼ਨ ਸਿੰਘ ਨੇ ਕਹਿਤਾ ਕਿ ਮੈਂ ਇੱਕ ਸੰਤ ਨੂੰ ਹੁਣ ਆਪਣੇ ਖੇਤ 'ਚ ਬਿਠਾਤਾ, ਪਰ ਉਹ ਐਸਾ ਬੈਠਾ ਹੈਗਾ ਕਿ ਉੱਥੇ ਲੋਕਾਂ ਦਾ ਮੇਲਾ ਹੀ ਲੱਗਾ ਰਹਿੰਦਾ ਹੈਗਾ। ਲੋਕੀ ਆਉਂਦੇ ਆ, ਮੇਰੇ ਖੇਤਾਂ ਦੇ ਵਿੱਚ ਡੰਡੀਆਂ ਪੈ ਜਿਹੜੀਆਂ ਉਹ ਬਣਾ ਕੇ ਬੈਠ ਗਏ ਹੈਗੇ ਤੇ ਮੇਰੀ ਫਸਲ ਮਾਰੀ ਜਾਂਦੀ ਆ, ਹੁਣ ਮੈਂ ਅੰਦਰੋਂ ਬੜਾ ਤੰਗ ਹੈਗਾ। ਜਦ ਇਹ ਗੱਲ ਸਾਰੀ ਦੱਸੀ ਤਾਂ ਭਾਈ ਜੀਤੇ ਨੇ ਕਿਹਾ ਕਿ ਤੂੰ ਜਿਹੜਾ ਹੈਗਾ ਇਸ ਤਰ੍ਹਾਂ ਨਾ ਕਰ, ਅੱਗੇ ਮਹਾਂਪੁਰਖਾਂ ਨੂੰ ਉਠਾਉਣਾ ਹੈਗਾ, ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣ ਲੈ। ਮੈਨੂੰ ਤਾਂ ਇੱਦਾਂ ਲੱਗਦਾ ਕਿ ਤੇਰੇ ਭਾਗ ਚੰਗੇ ਹੈਗੇ, ਕੋਈ ਮਹਾਂਪੁਰਖਾਂ ਦੇ ਚਰਨ ਤੇਰੇ ਖੇਤ 'ਚ ਪਏ ਆ। ਪਰ ਭਾਈ ਕਿਸ਼ਨ ਸਿੰਘ ਨੇ ਕਹਿਣ ਲੱਗੇ ਕਹਿੰਦੇ ਇਹ ਗੱਲ ਨਹੀਂ ਹੈਗੀ, ਕਿਉਂਕਿ ਮੇਰੀ ਫਸਲ ਜਿਹੜੀ ਹੈ ਨਾ ਬਹੁਤ ਬਰਬਾਦ ਹੁੰਦੀ ਹੈ। ਪਰ ਭਾਈ ਜੀਤੇ ਸਿੰਘ ਨੇ ਕਹਿਤਾ ਕਿ ਪਹਿਲਾਂ ਆਪਾਂ ਜਾ ਕੇ ਨਾ ਮਹਾਂਪੁਰਖਾਂ ਨੂੰ ਦੇਖ ਲਈਏ, ਕਿਉਂਕਿ ਜਿੱਥੇ ਕੋਈ ਸੰਤ ਆ ਕੇ ਬੈਠ ਜਾਂਦੇ ਉੱਥੇ ਇੱਕ ਦੋ ਬੰਦੇ ਤਾਂ ਜ਼ਰੂਰ ਆ ਹੀ ਜਾਂਦੇ ਆ, ਕਿਉਂਕਿ ਦੁਨੀਆ ਸਾਰੀ ਦੁਖੀ ਹੈਗੀ ਆ। ਇਸ ਕਰਕੇ ਹੈ ਨਾ ਹਰੇਕ ਬੰਦਾ ਆਪਣੀ ਕੋਈ ਨਾ ਕੋਈ ਸਮੱਸਿਆ ਲੈ ਕੇ ਮਹਾਂਪੁਰਖਾਂ ਦੇ ਦਰ 'ਤੇ ਪਹੁੰਚ ਹੀ ਜਾਂਦਾ ਹੈ। ਪਰ ਜਦੋਂ ਭਾਈ ਜੀਤਾ ਜਿਹੜਾ ਸੀਗਾ ਜਿੱਥੇ ਮਹਾਂਪੁਰਖ ਬੈਠੇ ਸੀਗੇ, ਜਦ ਉੱਥੇ ਗਿਆ ਤੇ ਦੇਖ ਕੇ ਹੱਕਾ ਬੱਕਾ ਰਹਿ ਗਿਆ। ਉੱਥੇ ਤਾਂ ਸੰਗਤ ਦਾ ਮੇਲਾ ਲੱਗਾ ਸੀ। ਜਦ ਇਹ ਚੀਜ਼ ਦੇਖੀ ਜੀਤੇ ਨੇ, ਇੰਨੀ ਸੰਗਤ ਦੇਖੀ, ਮਨ 'ਚ ਬੜਾ ਹੈਰਾਨ ਹੋਇਆ, ਸੋਚਣ ਲੱਗਾ ਕਿ ਇੰਨੀ ਲੋਕੀ ਜਿਹੜੇ ਹੈਗੇ ਮਹਾਂਪੁਰਖ ਦੇ ਦਰਸ਼ਨਾਂ ਕਰਨ ਵਾਸਤੇ ਇੱਥੇ ਆਉਂਦੇ ਆ। ਤੇ ਮਨ 'ਚ ਵਿਚਾਰ ਕਰਨ ਲੱਗਾ ਕਿ ਮਹਾਂਪੁਰਖਾਂ ਦੇ ਕੋਲ ਕੋਈ ਨਾ ਕੋਈ ਐਸੀ ਸ਼ਕਤੀ ਹੈਗੀ ਆ ਜਿਹਦੇ ਕਰਕੇ ਇੰਨੀਆਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ। ਇਹ ਮਨ ਦੇ ਵਿੱਚ ਵਿਚਾਰ ਕਰ ਭਾਈ ਜੀਤਾ ਜੀ ਹੈ ਨਾ ਮਹਾਂਪੁਰਖ ਨੂੰ ਨਮਸਕਾਰ ਕਰਕੇ ਕੋਲ ਬੈਠ ਗਿਆ। ਜਦ ਬੈਠ ਗਿਆ ਤਾਂ ਮਹਾਂਪੁਰਖਾਂ ਦੇ ਜਿਹੜੇ ਦੂਸਰੀਆਂ ਸੰਗਤਾਂ ਨਾਲ ਵਚਨਮਾਲਾ ਸੁਣਨ ਲੱਗਾ। ਵਚਨਮਾਲਾ ਸੁਣਦਿਆਂ ਮਨ 'ਚ ਐਸਾ ਪ੍ਰਭਾਵ ਹੋਇਆ ਕਿ ਮਹਾਂਪੁਰਖਾਂ ਦੇ ਪ੍ਰਤੀ ਖਿੱਚ ਬਣ ਗਈ। ਜਦ ਮਹਾਂਪੁਰਖਾਂ ਦਾ ਚਿਹਰੇ ਵੱਲ ਦੇਖਦਾ ਹੈਗਾ ਤਾਂ ਅੱਖਾਂ ਨੀਵੀਆਂ ਕਰ ਲੈਂਦਾ, ਕਿਉਂਕਿ ਮਹਾਂਪੁਰਖਾਂ ਦਾ ਚਿਹਰਾ ਜਿਹੜਾ ਸੀਗਾ ਉਹ ਦੇਖਿਆ ਨਹੀਂ ਜਾਂਦਾ ਭਾਈ ਜੀਤੇ ਤੋਂ। ਜਦ ਇਸ ਤਰ੍ਹਾਂ ਕਰਦਾ ਭਾਈ ਜੀਤੇ ਦੇ ਮਨ 'ਚ ਬੜਾ ਅਸਰ ਹੋਇਆ ਤੇ ਫਿਰ ਉੱਠ ਕੇ ਮੱਥਾ ਟੇਕ ਕੇ ਵਾਪਸ ਆ ਗਿਆ। ਆ ਕੇ ਕਿਸ਼ਨ ਸਿੰਘ ਨੂੰ ਕਹਿਣ ਲੱਗਾ, ਕਹਿੰਦਾ ਵੀ ਤੇਰੇ ਭਾਗ ਚੰਗੇ ਆ ਕਿ ਤੇਰੇ ਜ਼ਮੀਨ ਦੇ ਥੜੇ ਦੇ ਉੱਤੇ ਹੈ ਨਾ ਇਹੋ ਜਿਹੇ ਸੰਤ ਬੈਠੇ ਆ। ਮੇਰਾ ਤਾਂ ਚਿੱਤ ਕਰਦਾ ਕਿ ਹੁਣ ਅੱਗੇ ਨੂੰ ਹੈ ਨਾ ਸਰਦੀ ਦਾ ਸਮਾਂ ਆਉਣ ਵਾਲਾ, ਤਾਂ ਆਪਾਂ ਇੱਕ ਹੈ ਨਾ ਕੋਠੇ ਦੀ ਛੱਤ ਜਿਹੜੀ ਆ ਮਹਾਂਪੁਰਖਾਂ ਵਾਸਤੇ ਤੇਰੇ ਖੇਤ 'ਚ ਹੀ ਪਾ ਦਈਏ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਕਿਸ਼ਨ ਸਿੰਘ ਜਿਹੜਾ ਸੀਗਾ ਇਹ ਸੁਣ ਕੇ ਹੈ ਨਾ ਬੜਾ ਹੜਬੜਾਇਆ ਸੀਗਾ ਜੀਤੀ ਦੀ ਗੱਲ ਸੁਣ ਕੇ। ਉਹ ਕਹਿੰਦੇ ਤੂੰ ਛੱਤ ਪਾਉਣ ਦੀ ਗੱਲ ਕਰਦਾ ਤਾਂ ਮੈਂ ਤਾਂ ਮਹਾਂਪੁਰਖਾਂ ਨੂੰ ਜਿਹੜਾ ਆਪਣੇ ਖੇਤ ਦੇ ਵਿੱਚੋਂ ਬਾਹਰ ਹੀ ਕੱਢ ਕੇ ਹਟੂੰਗਾ। ਇਹ ਗੱਲ ਕਹਿੰਦਿਆਂ ਸਾਰੀ ਹੈ ਨਾ ਕਿਸ਼ਨ ਸਿੰਘ ਜਿਹੜਾ ਸੀ ਗੁੱਸੇ ਦੇ ਵਿੱਚ ਮਹਾਂਪੁਰਖਾਂ ਕੋਲ ਗਿਆ ਤੇ ਕਹਿਣ ਲੱਗਾ, ਸੰਤ ਜੀ ਇਸ ਜਗ੍ਹਾ ਨੂੰ ਛੱਡ ਕੇ ਹੈ ਨਾ ਹੁਣੇ ਚਲੇ ਜਾਓ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਅਸੀਂ ਤੈਨੂੰ ਪਹਿਲਾਂ ਕਿਹਾ ਸੀਗਾ ਕਿ ਭਾਈ ਅਸੀਂ ਤੇਰੇ ਖੇਤ 'ਚ ਨਹੀਂ ਬਣਾ, ਪਰ ਤੂੰ ਸਾਨੂੰ ਆਪ ਹੀ ਲਿਆ ਸੀਗਾ। ਜੇ ਤੂੰ ਹੁਣ ਸਾਨੂੰ ਆਪਣੇ ਖੇਤ 'ਚੋਂ ਬਾਹਰ ਕੱਢਣਾ ਹੈਗਾ ਤਾਂ ਫਿਰ ਭਾਈ ਤੂੰ ਸਾਡੀ ਹੈ ਨਾ ਬਾਂਹ ਫੜ ਕੇ ਜਿੱਥੇ ਮਰਜ਼ੀ ਜਿਹੜਾ ਸਾਨੂੰ ਬਿਠਾ ਦੇ, ਪਰ ਅਸੀਂ ਆਪ ਨਹੀਂ ਉੱਠਣਾ। ਜਦ ਇੰਨੀ ਗੱਲ ਮਹਾਂਪੁਰਖਾਂ ਨੇ ਕਹੀ ਸੀ, ਫਿਰ ਭਾਈ ਕਿਸ਼ਨ ਸਿੰਘ ਜਿਹੜਾ ਸੀਗਾ ਉਹ ਮਨ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜਾ ਕਰੋਧ 'ਚ ਆ ਗਿਆ ਸੀਗਾ। ਉਹਨੇ ਉਸੇ ਟਾਈਮ ਮਹਾਂਪੁਰਖਾਂ ਦੀ ਬਾਂਹ ਫੜ ਕੇ ਹੈ ਨਾ ਆਪਣੇ ਖੇਤ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀਗਾ। ਜਦ ਬਾਹਰ ਕੱਢਿਆ ਨਾ ਮਹਾਂਪੁਰਖਾਂ ਨੂੰ, ਇਹ ਜਿਹੜੇ ਸਾਰਾ ਕੁਛ ਸੀਗਾ ਜੀਤੇ ਨੇ ਵੀ ਅੱਖੀਂ ਦੇਖਿਆ, ਪਰ ਜੀਤੇ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਕਿਸ਼ਨ ਸਿੰਘ ਨੂੰ ਕਿਹਾ ਕਿ ਇਸ ਤਰ੍ਹਾਂ ਮਹਾਂਪੁਰਖਾਂ ਦਾ ਨਰਾਦਰ ਨਹੀਂ ਕਰੀਦਾ, ਪਰ ਕਿਸ਼ਨ ਸਿੰਘ ਕਹਿਣ ਲੱਗਾ ਕਿ ਜੀਤੇ ਤੂੰ ਪਿੱਛੇ ਹਟ ਜਾ, ਮੈਂ ਅੱਜ ਸੰਤ ਨੂੰ ਆਪਣੇ ਖੇਤ 'ਚੋਂ ਬਾਹਰ ਕੱਢ ਕੇ ਹਟੂੰਗਾ। ਜਦ ਇੰਨੀ ਗੱਲ ਹੋਈ ਸੀ ਫਿਰ ਮਹਾਂਪੁਰਖਾਂ ਨੇ ਜੀਤੇ ਵੱਲ ਦੇਖਿਆ, ਦੇਖਦੇ ਸਾਰੀ ਇਸ਼ਾਰਾ ਜਿਹੜਾ ਸੀ ਕਰ ਦਿੱਤਾ ਕਿ ਤੂੰ ਚੁੱਪ ਰਿਹਾ ਹੈਗਾ ਤੇ ਇਹ ਜੋ ਕਰਦਾ ਹੈ ਨਾ ਇਹਨੂੰ ਕਰਨ ਦਿਓ।
ਪਰ ਉਸ ਟਾਈਮ ਕਿਸ਼ਨ ਸਿੰਘ ਨੇ ਗੁੱਸੇ 'ਚ ਆ ਕੇ ਹੈ ਨਾ ਮਹਾਂਪੁਰਖਾਂ ਨੂੰ ਆਪਣੀ ਜਗ੍ਹਾ ਤੋਂ ਦੱਖਣ ਵਾਲੇ ਪਾਸੇ 500 ਗਜ ਦੂਰ ਤੇ ਜਿਹੜਾ ਸੀ ਉਹ ਬਾਹਰ ਲਿਆ ਕੇ ਹੈ ਨਾ ਜਿਹੜਾ ਸੀਗਾ ਇੱਕ ਜਗ੍ਹਾ ਜਿਹੜਾ ਸੀਗਾ ਉਹ ਧੱਕਾ ਮਾਰ ਕੇ ਛੱਡ ਦਿੱਤਾ। ਜਦ ਧੱਕਾ ਮਾਰ ਕੇ ਛੱਡ ਦਿੱਤਾ ਉੱਥੇ ਇੱਕ ਜੰਡ ਦਾ ਰੁੱਖ ਸੀਗਾ, ਮਹਾਂਪੁਰਖਾਂ ਨਾਲ ਉੱਥੇ ਬੈਠ ਗਏ। ਫਿਰ ਜਦ ਉੱਥੇ ਬੈਠ ਗਏ ਤਾਂ ਮਹਾਂਪੁਰਖਾਂ ਹੱਥ ਜਿਹੜਾ ਸੀਗਾ ਹੈ ਨਾ ਉਸ ਦੀ ਮੁੱਠੀ ਜਿਹੜੀ ਸੀ ਉਹ ਬੰਦ ਸੀ, ਤੇ ਮਹਾਂਪੁਰਖਾਂ ਨੇ ਆਪਣੇ ਹੱਥ ਦੀ ਜਿਹੜੀ ਮੁੱਠੀ ਸੀਗੀ ਉਹ ਖੋਲ੍ਹ ਕੇ ਨੀਵੀਂ ਕਰ ਦਿੱਤੀ। ਇਹ ਜਿਹੜੀ ਗੱਲ ਸੀਗੀ ਇਹ ਜੀਤੇ ਨੇ ਵੀ ਦੇਖੀ, ਤੇ ਮਹਾਂਪੁਰਖਾਂ ਦਾ ਇਸ਼ਾਰਾ ਜਿਹੜਾ ਸੀ ਸਮਝ ਗਿਆ ਕਿ ਅੱਜ ਤੋਂ ਬਾਅਦ ਇਹ ਕਿਸ਼ਨ ਸਿੰਘ ਦਾ ਜਿੰਨਾ ਵੀ ਤਪ ਬਣਿਆ ਸੀ ਹੈ ਨਾ ਸਾਰਾ ਜਿਹੜਾ ਹੈਗਾ ਉਹ ਸਵਾਹ ਹੋ ਗਿਆ ਹੈਗਾ, ਢੇਰੀ ਹੋ ਗਿਆ ਹੈ। ਤੇ ਦੇਖੋ ਜਦ ਇਹ ਜਿਹੜੀ ਘਟਨਾ ਸੀਗੀ ਇਹ ਵਾਪਰੀ ਸੀ ਉਹਨਾਂ ਟਾਈਮਾਂ 'ਚ, ਮਹਾਂਪੁਰਖਾਂ ਨੂੰ ਜਿਹੜਾ ਸੀਗਾ ਜਲੀਲ ਕਰਕੇ ਭਾਈ ਕਿਸ਼ਨ ਸਿੰਘ ਨੇ ਆਪਣੇ ਖੇਤ 'ਚੋਂ ਕੱਢ ਕੇ ਬਾਹਰ ਬਿਠਾ ਦਿੱਤਾ ਸੀਗਾ। ਤੇ ਜਿਸ ਜਗ੍ਹਾ ਮਹਾਂਪੁਰਖ ਬੈਠੇ ਸੀਗੇ ਉੱਥੇ ਇੱਕ ਛੋਟਾ ਜਿਹਾ ਜਿਹੜਾ ਥੜਾ ਬਣਿਆ ਹੋਇਆ ਸੀਗਾ। ਫਿਰ ਉੱਥੇ ਸੰਗਤ ਜਿਹੜੀ ਸੀ ਉਹ ਆਉਣ ਲੱਗ ਪਈ ਸੀ। ਜਦ ਆਉਣ ਲੱਗ ਪਈ ਸੀ ਤਾਂ ਇੱਧਰੋਂ ਕੀ ਹੋਇਆ, ਜਦ ਅਗਲਾ ਦਿਨ ਹੋਇਆ ਤਾਂ ਕਿਸ਼ਨ ਸਿੰਘ ਜਦ ਆਪਣੇ ਜਿਹੜੇ ਪਸ਼ੂ ਸੀਗੇ ਵਿਹੜੇ ਸੀ, ਜਦ ਉਹਨਾਂ ਨੂੰ ਦੁਪਹਿਰ ਨੂੰ ਪਾਣੀ ਪਿਲਾਉਣ ਗਿਆ, ਤੇ ਜਦ ਪਾਣੀ ਪਿਲਾਉਣ ਗਿਆ ਹੈਗਾ ਤਾਂ ਉਸ ਟਾਈਮ ਕੀ ਹੋਇਆ, ਉਹ ਜਿਹੜੇ ਵਿਹੜੇ ਸੀਗੇ ਉਹਨਾਂ ਦੇ ਵਿੱਚ ਕੋਈ ਐਸੀ ਜਿਹੜੀ ਸੀਗੀ ਉਹ ਕ੍ਰੋਧ ਦੀ ਅਗਨੀ ਪ੍ਰਗਟ ਹੋਈ ਆ ਕਿ ਉਹਨਾਂ ਦੋ ਵਿਹੜਿਆਂ ਨੇ ਹਨ ਭਾਈ ਕਿਸ਼ਨ ਸਿੰਘ ਦੇ ਪਿੱਛੋਂ ਦੀ ਜਾ ਕੇ ਆਪਣੇ ਸਿੰਘਾਂ ਦੇ ਨਾਲ ਭਾਈ ਕਿਸ਼ਨ ਸਿੰਘ ਨੂੰ ਚੱਕ ਲਿਆ ਤੇ ਚੱਕ ਕੇ ਘੜੀਸਦੇ ਲੈ ਗਏ ਦੂਰ, ਤੇ ਜਾ ਕੇ ਜਿਹੜੇ ਸੀਗੇ ਇੱਕ ਜਗ੍ਹਾ ਲਿਜਾ ਕੇ ਛੱਡ ਦਿੱਤਾ ਜਿੱਥੇ ਹੈ ਨਾ ਕਿਸ਼ਨ ਸਿੰਘ ਦੀ ਜਿਹੜੀ ਸੀ ਉਸੇ ਵਿਹੜਿਆਂ ਦੇ ਨਾਲ, ਉਹਦੇ ਘਰ ਦੇ ਵਿਹੜਿਆਂ ਦੇ ਨਾਲ ਘੜੀਸਣ ਦੇ ਨਾਲ ਮੌਤ ਹੋ ਗਈ ਸੀ। ਸੋ ਇਹ ਜਿਹੜੀ ਖਬਰ ਸੀਗੀ ਸਾਰਿਆਂ ਦੇ ਵਿੱਚ ਜ਼ਿਆਦਾ ਜਿਹੜੀ ਜ਼ੋਰ ਫੜ ਗਏ ਸੀਗੇ ਕਿ ਇਹਨੇ ਮਹਾਂਪੁਰਖਾਂ ਨੂੰ ਬਾਂਹ ਫੜ ਕੇ ਆਪਣੇ ਖੇਤਾਂ 'ਚੋਂ ਬਾਹਰ ਜਿਹੜਾ ਸੀ ਕੱਢਿਆ ਸੀਗਾ, ਤੇ ਉਹਦਾ ਜਿਹੜਾ ਫਲ ਸੀਗਾ ਦੁਸ਼ਟ ਨੂੰ ਇਹ ਜਿਹੜਾ ਭੁਗਤਣਾ ਪੈ ਗਿਆ ਕਿ ਇਹਦੇ ਆਪਣੇ ਹੀ ਘਰ ਦੇ ਵਿਹੜਿਆਂ ਨੇ ਇਹਦੇ ਪਿੱਛੇ ਜਿਹੜਾ ਸੀਗਾ ਇਸ ਨੂੰ ਸਿੰਘ ਮਾਰ ਕੇ ਐਸਾ ਘੜੀਸਿਆ ਸੀਗਾ ਕਿ ਜਦ ਤੱਕ ਇਹਦੀ ਮੌਤ ਨਹੀਂ ਹੋ ਗਈ ਸੀ ਉਹ ਵਿਹੜੇ ਰੁਕੇ ਨਹੀਂ ਸੀ, ਜਿਹਦੇ ਕਰਕੇ ਕਿਸ਼ਨ ਸਿੰਘ ਦੀ ਮੌਤ ਹੋ ਗਈ ਸੀ। ਸੋ ਇਹ ਜਿਹੜੀ ਗੱਲ ਸੀਗੀ ਇਹ ਗੱਲ ਜੀਤੇ ਦੇ ਭਤੀਜੇ ਨੇ ਹੈ ਨਾ ਇਹ ਜਿਹੜੀ ਸੀ ਇਹ ਮਹਾਂਪੁਰਖਾਂ ਦੇ ਨਾਲ ਸਾਂਝੀ ਕੀਤੀ ਸੀ ਇਸ ਘਟਨਾ ਨੂੰ ਕਿ ਇਸ ਤਰ੍ਹਾਂ ਹੈ ਨਾ ਕਿਸ਼ਨ ਸਿੰਘ ਨੇ ਜਦੋਂ ਮਹਾਂਪੁਰਖਾਂ ਨੂੰ ਜਿਹੜਾ ਸੀਗਾ ਜਲੀਲ ਕਰਕੇ ਖੇਤ 'ਚੋਂ ਬਾਹਰ ਕੱਢਿਆ ਸੀ ਕਿਵੇਂ ਉਹਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਫਿਰ ਜਿਸ ਜਗ੍ਹਾ 'ਤੇ ਮਹਾਂਪੁਰਖ ਬੈਠੇ ਆ ਉਸ ਜਗ੍ਹਾ ਦੇ ਉੱਤੇ ਫਿਰ ਮਹਾਂਪੁਰਖਾਂ ਨੇ ਵਚਨ ਕੀਤਾ ਸੀਗਾ ਕਿ ਇੱਥੇ ਸਾਡਾ ਜਿਹੜਾ ਹੈ ਨਾ ਖਜ਼ਾਨਾ ਦੱਬਿਆ ਹੋਇਆ ਹੈਗਾ। ਜਦ ਇਹ ਵਚਨ ਮਹਾਂਪੁਰਖਾਂ ਨੇ ਕੀਤਾ ਸੀਗਾ ਤੇ ਫਿਰ ਉਸ ਟਾਈਮ ਜਦ ਸਮਾਂ ਜਿਹੜਾ ਸੀਗਾ ਉਹ ਆਇਆ ਤੇ ਇੱਕ ਹੈ ਨਾ ਸੰਤ ਨਰੈਣ ਸਿੰਘ ਜੀ ਹੋਏ ਆ, ਉਹਨਾਂ ਨੇ ਫਿਰ ਇਸ ਸਥਾਨ ਦੇ ਉੱਤੇ ਇੱਕ ਮੱਠ ਬਣਾਇਆ ਸੀ। ਸੇਵਾਦਾਰ ਨੂੰ ਕਹਿਤਾ ਸੀਗਾ ਜਿੱਥੇ ਬਾਬਾ ਜੀ ਨੂੰ ਜਲੀਲ ਕਰਕੇ ਬਾਹਰ ਜਿਸ ਜਗ੍ਹਾ 'ਤੇ ਬਿਠਾਇਆ ਸੀਗਾ ਉਸ ਜਗ੍ਹਾ ਦੀ ਨਿਸ਼ਾਨੀ ਨੂੰ ਪ੍ਰਗਟ ਕਰਨਾ ਹੈਗਾ। ਤੇ ਫਿਰ ਦੇਖੋ ਮਹੰਤ ਸੰਤ ਨਰੈਣ ਦਾਸ ਉਹਨਾਂ ਨੇ ਉੱਥੇ ਇੱਕ ਮੱਠ ਬਣਾਇਆ ਸੀਗਾ, ਤੇ ਪਰ ਜਿਹੜੇ ਸੇਵਾਦਾਰ ਉੱਥੇ ਸੇਵਾ ਕਰਨ ਆਏ ਸੀ ਉਹਨਾਂ ਨੂੰ ਕਹਿਤਾ ਸੀਗਾ ਕਿ ਇਹਦੀ ਨੀਂਹ ਜ਼ਿਆਦਾ ਡੂੰਘੀ ਨਹੀਂ ਪੱਟਣੀ ਹੈਗੀ ਹੈ, ਕਿਉਂਕਿ ਮਹਾਂਪੁਰਖਾਂ ਦਾ ਇਸ਼ਾਰਾ ਸੀਗਾ ਕਿ ਇਸ ਜਗ੍ਹਾ ਸਾਡਾ ਖਜ਼ਾਨਾ ਦੱਬਿਆ ਹੋਇਆ ਹੈ। ਪਰ ਦੇਖੋ ਮਹਾਂਪੁਰਖ ਦਾ ਵਚਨ ਕਰਕੇ ਚੱਲ ਗਏ ਸੀਗੇ, ਪਰ ਜਿਹੜੇ ਸੇਵਾਦਾਰਾਂ ਨੇ ਕੀਤਾ ਜਦ ਮੱਠ ਬਣਾਉਣ ਲੱਗੇ ਉਹਦੀ ਨੀਂਹ ਜਦ ਡੂੰਘੀ ਪੱਟਣੀ ਸ਼ੁਰੂ ਕੀਤੀ ਤੇ ਥੱਲੇ ਇੱਕ ਬੜਾ ਭਾਰੀ ਨਾਗ ਨਿਕਲਿਆ ਸੀਗਾ ਜਿਹੜਾ ਮਹਾਂਪੁਰਖਾਂ ਦੇ ਉਸ ਗੁਪਤ ਖਜ਼ਾਨੇ ਦੀ ਰਾਖੀ ਕਰਦਾ ਸੀਗਾ। ਜਦ ਇਹ ਗੱਲ ਹੋਈ ਸੀ ਤਾਂ ਉਹ ਸਾਰੇ ਜਿਹੜੇ ਸੇਵਾਦਾਰ ਸੀ ਬੁਰੀ ਤਰ੍ਹਾਂ ਡਰ ਗਏ ਸੀਗੇ। ਉਹਨਾਂ ਨੇ ਜਾ ਕੇ ਨਾ ਫੇਰ ਸੰਤ ਨਰੈਣ ਸਿੰਘ ਉਹਨਾਂ ਨੂੰ ਜਾ ਕੇ ਦੱਸਿਆ ਸੀਗਾ ਕਿ ਉੱਥੇ ਇੱਕ ਬੜਾ ਭਾਰੀ ਜਿਹੜਾ ਸੱਪ ਨਿਕਲਿਆ ਹੈਗਾ। ਪਰ ਜਦੋਂ ਮਹਾਂਪੁਰਖ ਗਏ ਸੀਗੇ ਤਾਂ ਉਹ ਜਿਹੜਾ ਸੱਪ ਸੀਗਾ ਉਹ ਉਸੇ ਹੀ ਨੀਂਹ ਦੇ ਵਿੱਚੋਂ ਜਿਹੜਾ ਬਾਹਰ ਨਿਕਲਿਆ ਸੀਗਾ ਉਹ ਉਸੇ ਹੀ ਜਗ੍ਹਾ ਦੇ ਵਿੱਚ ਅਲੋਪ ਹੋ ਗਿਆ ਸੀਗਾ। ਫਿਰ ਬਾਬਾ ਜੀ ਨੇ ਜਾਣੀ ਕਿ ਉਹ ਜਿਹੜੀ ਨੀਂਹ ਸੀਗੀ ਉਸ ਦੇ ਵਿੱਚ ਮਿੱਟੀ ਪਵਾਈ ਸੀ, ਤੇ ਉਹ ਜਿਹੜੀ ਨੀਂਹ ਸੀਗੀ ਮਹਾਂਪੁਰਖਾਂ ਨੇ ਜਿਸ ਤਰ੍ਹਾਂ ਪਹਿਲਾਂ ਵਚਨ ਕੀਤਾ ਸੀ ਕਿ ਇਹਦੀ ਨੀਂਹ ਡੂੰਘੀ ਨਹੀਂ ਰੱਖਣੀ ਹੈਗੀ, ਉਹ ਨੀਂਹ ਫਿਰ ਉੱਪਰ ਰੱਖੀ ਸੀ ਮਹਾਂਪੁਰਖਾਂ ਨੇ। ਉੱਠ ਇੱਕ ਫਿਰ ਮੱਠ ਬਣਾ ਦਿੱਤਾ ਸੀਗਾ। ਉਹ ਜਿਹੜਾ ਮੱਠ ਹੈ ਨਾ ਉਹ ਅਜੇ ਵੀ ਬਣਿਆ ਪਿਆ ਹੈਗਾ। ਸੋ ਇਹ ਜਿਹੜੀਆਂ ਘਟਨਾਵਾਂ ਮਹਾਂਪੁਰਖਾਂ ਦੀਆਂ ਸਮੇਂ-ਸਮੇਂ ਦੇ ਵਿੱਚ ਹੋਈਆਂ ਹੈਗੀਆਂ, ਇਹ ਸਾਰੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਇਸ ਨੂੰ ਸਾਰੇ ਲੋਕਾਂ ਨੇ ਜਿਹੜਾ ਸੀ ਉਹ ਸੰਗਤ ਨੇ ਆਪਣੇ ਅੱਖੀਂ ਦੇਖਿਆ ਹੈ। ਉਸ ਤੋਂ ਬਾਅਦ ਹੈ ਨਾ ਇੱਕ ਭਾਈ ਗੱਜਣ ਸਿੰਘ ਜੀ ਹੋਏ ਆ। ਜਿਹੜੇ ਭਾਈ ਗੱਜਣ ਸਿੰਘ ਸੀਗੇ ਇਹਨਾਂ ਨੇ ਵੀ ਹੈ ਨਾ ਮਹਾਂਪੁਰਖਾਂ ਨੂੰ ਇੱਕ ਕੁਟੀਆ ਬਣਾ ਕੇ ਦਿੱਤੀ ਸੀ ਸੇਵਾ ਦੇ ਵਿੱਚ, ਕਿਉਂਕਿ ਸਰਦੀ ਦਾ ਮੌਸਮ ਸੀਗਾ ਤੇ ਇਹ ਵੀ ਦਰਸ਼ਨ ਕਰਨ ਆਇਆ ਸੀ। ਜਦੋਂ ਉਹਨੇ ਕੁਟੀਆ ਬਣਾਈ ਸੀ ਕੱਖਾ ਕਾਨਿਆ ਬੜੀ ਇੱਕ ਛੋਟਾ ਜਿਹਾ ਵਿੱਚ ਟੋਆ ਪੱਟਿਆ ਸੀ, ਤੇ ਮਹਾਂਪੁਰਖਾਂ ਨੂੰ ਕਹਿਤਾ ਸੀ ਮਹਾਂਪੁਰਖੋ ਆ ਕੁਟੀਆ ਜਿਹੜੀ ਬਣੀ ਹੈ ਥੋੜ੍ਹੀ ਜਿਹੀ ਆਪ ਅੰਦਰ ਜਾ ਕੇ ਦੇਖ ਲਓ ਕਿ ਆਪ ਨੂੰ ਪਸੰਦ ਹੈ। ਤੇ ਮਹਾਂਪੁਰਖਾਂ ਨੇ ਬਿਠਿਆ ਨੇ ਕਹਿਤਾ ਸੀ, ਕਹਿੰਦੇ ਭਾਈ ਇਹ ਸਭ ਕੁਛ ਜੋ ਵੀ ਤੂੰ ਬਣਾਇਆ ਹੈ ਨਾ ਇਹ ਸਾਰਾ ਸ਼ੁੱਧ ਹੈਗਾ, ਕਿਉਂਕਿ ਮਹਾਂਪੁਰਖ ਲਫ਼ਜ਼ ਜਿਹੜਾ ਨਾ ਸ਼ੁੱਧ ਹੀ ਬੋਲਦੇ ਹੁੰਦੇ ਸੀਗੇ। ਉਸ ਤੋਂ ਬਾਅਦ ਹੈ ਨਾ ਸੰਤ ਇੱਕ ਬਹਾਲ ਦਾਸ ਜੀ ਮਹਾਂਪੁਰਖ ਹੋਏ ਆ। ਸੰਤ ਬਹਾਲ ਦਾਸ ਹੋਣਾ ਨੇ ਵੀ ਜਿਹੜੀ ਹੈ ਨਾ ਆਪਣੇ ਬਚਪਨ ਦੀ ਅਸੀਸ ਹੈਗੀ ਆ, ਸਿੱਖਿਆ ਹੈਗੀ, ਜਾਂ ਉਹਨਾਂ ਜੋ ਲਗਨ ਲੱਗੀ ਆ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਦੇ ਪ੍ਰਤੀ,
ਉਹਨਾਂ ਦੀ ਵੀ ਲਗਨ ਦੇ ਜਿਹੜੇ ਹਨ ਬਹੁਤ ਸਾਰੀਆਂ ਜਿਹੜੀ ਕਿੱਸੇ ਹੈ ਸੰਤ ਬਹਾਲ ਦਾਸ ਜੀ ਉਹਨਾਂ ਨੇ ਜਿਹੜੇ ਸੀ ਉਸ ਸਮੇਂ ਤੇ ਜਿਹੜੇ ਸੀਗੇ ਉਹ ਸਾਂਝੇ ਕੀਤੇ ਆ। ਉਹਨਾਂ ਵਿੱਚੋਂ ਜਿਹੜੇ ਹਨ ਇੱਕ ਦੋ ਘਟਨਾਵਾਂ ਜਿਹੜੀਆਂ ਉਹ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੰਤ ਬਹਾਲ ਦਾਸ ਜੀ ਦੱਸਦੇ ਆ ਕਿ ਜਦੋਂ ਮੈਂ ਛੋਟਾ ਸੀਗਾ ਤੇ ਮੇਰੀ ਇੱਕ ਭੈਣ ਵਿਧਵਾ ਹੋ ਗਈ ਸੀ, ਉਹਦੀ ਸਹਾਇਤਾ ਦੇ ਵਾਸਤੇ ਕਹਿੰਦੇ ਮੈਨੂੰ ਮੇਰੇ ਮਾਪਿਆਂ ਨੇ ਉਹਦੇ ਪਿੰਡ ਭੇਜ ਦਿੱਤਾ ਸੀ ਤੇ ਮੈਂ ਉਹਨਾਂ ਦੇ ਹਨ ਪਸ਼ੂ ਚਰਾਉਂਦਾ ਹੁੰਦਾ ਸੀ। ਤੇ ਅਸੀਂ ਬਹੁਤ ਸਾਰੇ ਜਿਹੜੇ ਲੜਕੇ ਸੀਗੇ ਜਦ ਪਸ਼ੂ ਚਾਰਦੇ ਹੁੰਦੇ ਸੀ, ਜੇ ਇਸ ਜਗ੍ਹਾ ਨਾ ਮਹਾਂਪੁਰਖ ਬੈਠੇ ਹੁੰਦੇ ਸੀ ਅਸੀਂ ਇਹਨਾਂ ਦੇ ਕੋਲ ਆ ਜਾਂਦੇ ਹੁੰਦੇ ਸੀ। ਜਦ ਕੋਲ ਆ ਜਾਂਦੇ ਹੁੰਦੇ ਸੀ ਤੇ ਮਹਾਂਪੁਰਖ ਸਾਡੇ ਨਾਲ ਉਸ ਟਾਈਮ ਹਨ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹੁੰਦੇ ਸੀ, ਜਿਨ੍ਹਾਂ ਨੂੰ ਦੇਖ ਕੇ ਅਸੀਂ ਬੜੇ ਖੁਸ਼ ਰਹਿੰਦੇ ਹੁੰਦੇ ਸੀ। ਇੱਕ ਵਾਰ ਕਹਿੰਦੇ ਅਸੀਂ ਮਹਾਂਪੁਰਖ ਨੂੰ ਕਿਹਾ ਵੀ ਮਹਾਂਪੁਰਖੋ ਵੀ ਅਸੀਂ ਹੈ ਨਾ ਘਰੋਂ ਅੱਜ ਰੋਟੀ ਲੈ ਕੇ ਨਹੀਂ ਆਏ ਤਾਂ ਸਾਨੂੰ ਰੋਟੀ ਦਾ ਚੇਤਾ ਭੁੱਲ ਗਿਆ, ਇਸ ਕਰਕੇ ਅੱਜ ਅਸੀਂ ਖੇਡ ਨਹੀਂ ਖੇਡਣੀ, ਅਸੀਂ ਛੇਤੀ ਚਲੇ ਜਾਣਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਮਹਾਰਨਾਮ ਸਿੰਘ ਹੀ ਕਹਿਣ ਲੱਗੇ, ਕਹਿੰਦੇ ਚਲੋ ਭਾਈ ਕੋਈ ਗੱਲ ਨਹੀਂ, ਅਗਰ ਤੁਸੀਂ ਰੋਟੀ ਲੈ ਕੇ ਨਹੀਂ ਆਏ ਹਨ ਅਸੀਂ ਤੁਹਾਨੂੰ ਇੱਥੇ ਕੁਛ ਨਾ ਕੁਛ ਖਿਲਾ ਦਿੰਦੇ ਹਾਂ। ਕਹਿੰਦੇ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਮਹਾਂਪੁਰਖਾਂ ਨੇ ਹੈ ਨਾ ਆਪਣੀ ਜੇਬ ਦੇ ਵਿੱਚ ਹੱਥ ਮਾਰਿਆ, 1 ਰੁਪਈਆ ਕੱਢ ਕੇ ਇੱਕ ਲੜਕੇ ਨੂੰ ਦਿੱਤਾ। ਜਾ ਕੇ ਕਹਿਣ ਲੱਗੇ ਵੀ ਇੱਦਾਂ ਕਰ, ਇਸ ਰੁਪਈਏ ਦੀਆਂ ਦੁਕਾਨੋਂ ਜਾ ਕੇ ਰੇੜੀਆਂ ਲੈ ਕੇ ਆ, ਪਰ ਇੱਕ ਖਿਆਲ ਰੱਖੀ ਸਾਰੇ ਰੁਪਈਏ ਦੀਆਂ ਰੇੜੀਆਂ ਲਿਆਉਣੀਆਂ, ਕੋਈ ਪੈਸਾ ਜਿਹੜਾ ਨੂੰ ਬਚਾ ਕੇ ਨਹੀਂ ਲਿਆਉਣਾ। ਦੇਖੋ ਉਹ ਜਦ ਲੜਕਾ ਦੁਕਾਨ 'ਤੇ ਗਿਆ ਉਹਦੇ ਮਨ ਦੇ ਜਿਹੜੇ ਵਿਚਾਰ ਸੀਗੇ ਉਹ ਪਹਿਲਾਂ ਹੀ ਬਦਲ ਗਏ। ਉਹਨੇ ਕੀ ਕੀਤਾ, ਦੁਕਾਨ ਤੋਂ 8 ਆਨੇ ਦੀਆਂ ਰੇੜੀਆਂ ਲੈ ਲਈਆਂ ਤਾਂ 8 ਆਨੇ ਆਪਣੀ ਜੇਬ 'ਚ ਪਾ ਲਏ। ਜਦ ਪਾ ਲਏ ਤਾਂ ਉਹਨੇ ਆ ਕੇ ਨਾ ਉਹ ਜਿਹੜੀਆਂ ਰੇੜੀਆਂ ਸੀ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਹੋਣਾ ਦੇ ਜਿਹੜੇ ਸੀ ਹੱਥ 'ਚ ਫੜਾਤੀਆਂ। ਬਾਬਾ ਜੀ ਨੇ ਜਦ ਰੇੜੀਆਂ ਫੜੀਆਂ ਤੇ ਉਹ ਉਸ ਲੜਕੇ ਵੱਲ ਦੇਖ ਕੇ ਮੁਸਕਰਾ ਪਏ ਤੇ ਜਿੰਨੇ ਬੱਚੇ ਬੈਠੇ ਸੀਗੇ ਗੋਲ ਧਾਰੇ ਦੇ ਵਿੱਚ ਸਾਰਿਆਂ ਨੇ ਜਿਹੜੀਆਂ ਹਨ ਮੁੱਠਾਂ ਭਰ ਕੇ ਰੇੜੀਆਂ ਦੇ ਦਿੱਤੀਆਂ। ਪਰ ਉਹ ਜਿਹੜੀਆਂ 8 ਆਨੇ ਦੀਆਂ ਰੇੜੀਆਂ ਸੀਗੀਆਂ ਹਨ ਕਹਿੰਦੇ ਉਹ ਉਸੇ ਤਰ੍ਹਾਂ ਰਹੀਆਂ ਹੈਗੀਆਂ। ਉਹ ਸਾਰੇ ਬੱਚੇ ਜਿਹੜੇ ਰੇੜੀਆਂ ਖਾ ਕੇ ਬੜੇ ਖੁਸ਼ ਹੋਏ ਤੇ ਪਰ ਜਿੰਨੀਆਂ ਰੇੜੀਆਂ ਪਹਿਲਾਂ ਸੀਗੀਆਂ ਉਸ ਲਿਫਾਫੇ 'ਚ ਪਈਆਂ ਉਨੀਆਂ ਰੇੜੀਆਂ ਜਿਹੜੀਆਂ ਸੀ ਉਹ ਬਚ ਗਈਆਂ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਫਿਰ ਉਹ ਜਿਹੜਾ ਲੜਕਾ ਰੇੜੀਆਂ ਲੈ ਕੇ ਆਇਆ ਸੀਗਾ ਉਹਨੂੰ ਕਹਿਣ ਲੱਗੇ, ਕਹਿੰਦੇ ਭਾਈ ਤੂੰ 8 ਆਨੇ ਦੀਆਂ ਰੇੜੀਆਂ ਲਈਆਂ ਤੇ ਬਾਕੀ ਜਿਹੜੇ 8 ਆਨੇ ਤੂੰ ਆਪਣੀ ਜੇਬ 'ਚ ਪਾਇਆ ਉਹ ਸਾਨੂੰ ਫੜਾ ਦੇ। ਜਦ ਇੰਨੀ ਗੱਲ ਉਹ ਲੜਕਾ ਜਿਹੜਾ ਸੀ ਮਨ 'ਚ ਬੜਾ ਸ਼ਰਮਿੰਦਾ ਹੋਇਆ, ਪਰ ਫਿਰ ਉਹਨੇ 8 ਆਨੇ ਕੱਢ ਕੇ ਹਨ ਬਾਬਾ ਜੀ ਨੂੰ ਹੱਥ 'ਚ ਦੇ ਦਿੱਤੇ ਤੇ ਬਾਬਾ ਜੀ ਨੇ ਫਿਰ ਉਹਨੂੰ ਹਦਾਇਤ ਦਿੱਤੀ ਸੀ, ਕਹਿੰਦੇ ਵੀ ਭਾਈ ਅੱਜ ਤੋਂ ਬਾਅਦ ਹੈ ਨਾ ਇਸ ਤਰ੍ਹਾਂ ਦੀ ਹੇਰਾਫੇਰੀ ਅੱਗੇ ਨਹੀਂ ਕਰਨੀ। ਇਸ ਤਰ੍ਹਾਂ ਉਹਨਾਂ ਨੇ ਹੋਰ ਵੀ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੇ ਖੇਡ ਤਮਾਸ਼ੇ ਜਿਹੜੇ ਸੀ ਉਹ ਸੰਗਤ ਨਾਲ ਸਾਂਝੇ ਕੀਤੇ ਸੀਗੇ। ਉਹਦੇ ਵਿੱਚ ਸੰਤ ਬਹਾਲ ਦਾਸ ਜੀ ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਵਾਰੀ ਜਿਹੜੇ ਸੀਗੇ ਇੱਕ ਆਜੜੀ ਆਇਆ ਤੇ ਕਹਿੰਦੇ ਅਸੀਂ ਵੀ ਉਹਦੇ ਕੋਲ ਬਹਿ ਗਏ। ਉਹ ਆਜੜੀ ਮਹਾਂਪੁਰਖ ਨੂੰ ਕਹਿਣ ਲੱਗੇ, ਬਾਬਾ ਜੀ ਵੀ ਤੁਸੀਂ ਇਸ ਤਰ੍ਹਾਂ ਕਰੋ, ਆ ਮੇਰੀਆਂ ਹੈ ਨਾ ਬੱਕਰੀਆਂ ਦਾ ਜਿਹੜਾ ਹੈਗਾ ਇਹਦੇ ਵਿੱਚ ਮੈਨੂੰ ਦੱਸੋ ਕਿ ਮੇਰੀਆਂ ਜਿਹੜੀਆਂ ਬੱਕਰੀਆਂ ਕਿਹੜੀਆਂ ਹੈਗੀਆਂ, ਕਿੰਨੀਆਂ ਹੈਗੀਆਂ ਤੇ ਕਿੰਨੀਆਂ ਮੇਰੀਆਂ ਦੁੱਧ ਦਿੰਦੀਆਂ, ਕਿੰਨੀਆਂ ਨਹੀਂ ਦਿੰਦੀਆਂ। ਇਹਨਾਂ ਵਿੱਚ ਇਹ ਵੀ ਦੱਸੋ ਵੀ ਕਿੰਨੀਆਂ ਸੂਣ ਵਾਲੀਆਂ ਤੇ ਕਿੰਨੀਆਂ ਨਹੀਂ ਸੂਣ ਵਾਲੀਆਂ। ਜਦੋਂ ਕਹਿੰਦੇ ਇਹ ਜਿਹੜੀ ਸੀ ਗੱਲ ਸੀ ਉਸ ਆਜੜੀ ਨੇ ਬਾਬਾ ਜੀ ਨਾਲ ਕੀਤੀ, ਇਹ ਸਾਰੇ ਬੱਚੇ ਕਹਿੰਦੇ ਆਲੇ ਦੁਆਲੇ ਬਾਬਾ ਜੀ ਦੇ ਬੈਠੇ ਸੀ ਤੇ ਅਸੀਂ ਵੀ ਕਹਿਤਾ ਬਾਬਾ ਜੀ ਦੱਸੋ। ਜਦ ਕਹਿੰਦੇ ਇੰਨੀ ਗੱਲ ਹੋਈ ਤੇ ਬਾਬਾ ਜੀ ਨੇ ਇੱਕ ਸੋਟੀ ਲੈ ਕੇ ਕਹਿੰਦੇ ਉਸ ਬੱਕਰੀਆਂ ਵਾਲੇ ਦੇ ਜਿਹੜਾ ਝੁੰਡ ਸੀਗਾ ਉਹਦੇ ਵਿੱਚ ਵੜ ਗਏ ਤੇ ਕਹਿਣ ਲੱਗੇ, ਕਹਿੰਦੇ ਭਾਈ ਆਹ ਬੱਕਰੀਆਂ ਤੇਰੀਆਂ ਹੈਗੀਆਂ ਤਾਂ ਆਹ ਜਿਹੜੀਆਂ ਬੱਕਰੀਆਂ ਹੈਗੀਆਂ ਇਹ ਤੂੰ ਦੂਸਰੇ ਮਾਲਕ ਦੀਆਂ ਚਾਰਦਾ ਤੇ ਉਹਦੇ ਤੂੰ ਪੈਸੇ ਲੈਣਾ। ਜਦ ਇੰਨੀ ਗੱਲ ਹੋਈ ਉਹ ਆਜੜੀ ਜਿਹੜਾ ਸੁਣ ਕੇ ਬੜਾ ਹੈਰਾਨ ਹੋਇਆ ਸੀਗਾ। ਫਿਰ ਉਹਨੇ ਕਹਿਤਾ ਸੀ ਕਿ ਸਾਨੂੰ ਇਹ ਦੱਸੋ ਵੀ ਇਹਦੇ ਵਿੱਚੋਂ ਕਿਹੜੀਆਂ ਬੱਕਰੀਆਂ ਸੂਣ ਵਾਲੀਆਂ ਹੈਗੀਆਂ। ਤੇ ਬਾਬਾ ਜੀ ਨੇ ਦੱਸਿਆ ਸੀ ਕਿ ਅੱਜ ਹੈ ਨਾ ਤੇਰੀਆਂ 3 ਬੱਕਰੀਆਂ ਸੂ ਜਾਣੀਆਂ। ਜਦ ਇੰਨੀ ਗੱਲ ਹੋਈ ਸੀ ਤਾਂ ਬਾਕੀਆਂ ਬੱਕਰੀਆਂ ਜਿਹੜੀਆਂ ਹਨ ਉਹਨਾਂ ਦੇ ਬੱਚੇ ਡਿੱਗ ਪੈਣੇ। ਇਹ ਗੱਲ ਹੋਈ ਸੀ ਤੇ ਕਹਿੰਦੇ ਫਿਰ ਉਹ ਆਜੜੀ ਮਨ ਦੇ ਵਿੱਚ ਕਹਿਣ ਲੱਗਾ ਬਾਬਾ ਜੀ ਨੂੰ, ਕਹਿੰਦਾ ਬਾਬਾ ਜੀ ਇਹ ਜਿਹੜੀਆਂ ਬੱਕਰੀਆਂ ਤੁਸੀਂ ਕਹਿੰਦੇ ਆ ਕਿ ਇਹ 3 ਸੂ ਜਾਣੀਆਂ ਅੱਜ ਹੈਗੀਆਂ, ਪਰ ਇਹਨਾਂ ਦੇ ਸੂਣ ਦੇ ਵਿੱਚ ਤਾਂ ਅਜੇ 20 ਦਿਨ ਪਏ ਆ ਤੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਪੀਰ ਪਕੰਬਰ ਜਿਹੜੇ ਹੈਗੇ ਉਹ ਕਹਾਉਂਦੇ ਹੈਗੇ ਆ, ਪਰ ਇਹ ਜਿਹੜੀਆਂ ਬੱਕਰੀਆਂ ਇਹਦੇ ਵਿੱਚ ਤਾਂ ਸੂਣ 'ਚ ਜੇ ਟਾਈਮ ਆ। ਕਹਿੰਦੇ ਉਹਦੀ ਗੱਲ ਸੁਣ ਕੇ ਬਾਬਾ ਜੀ ਚੁੱਪ ਕਰ ਗਏ। ਪਰ ਕਹਿੰਦੇ ਅਸੀਂ ਉਸੇ ਤਰ੍ਹਾਂ ਬੈਠੇ ਰਹੇ। ਜਦ ਦੁਪਹਿਰ ਹੋਈ 3 ਬੱਕਰੀਆਂ ਸੂ ਗਈਆਂ। ਜਦ 3 ਬੱਕਰੀਆਂ ਸੂਈਆਂ ਉਹ ਆਜੜੀ ਬੜਾ ਸ਼ਰਮਿੰਦਾ ਹੋਇਆ ਮਨ ਕਿ ਬਾਬਾ ਜੀ ਨੇ ਵਾਕਿਆ ਕਿ ਅਸੀਂ 3 ਬੱਕਰੀਆਂ ਸੂ ਜਾਣੀਆਂ, 3 ਬੱਕਰੀਆਂ ਮੇਰੀਆਂ ਸੂ ਵੀ ਪਈਆਂ ਹੈਗੀਆਂ। ਫਿਰ ਬਾਬਾ ਜੀ ਕੋਲ ਆਇਆ ਤਾਂ ਆ ਕੇ ਹੈ ਨਾ ਸ਼ਰਮਿੰਦਾ ਹੋ ਕੇ ਆ ਕੇ ਬੈਠ ਕੇ ਮੱਥਾ ਟੇਕ ਕਹਿੰਦਾ ਬਾਬਾ ਜੀ ਜੋ ਤੁਸੀਂ ਗੱਲ ਕਹੀ ਸੀ ਸਹੀ ਸੀਗੀ ਕਿ 3 ਬੱਕਰੀਆਂ ਸੂਣੀਆਂ, ਪਰ ਮਹਾਂਪੁਰਖਾਂ ਨੇ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਪਰ ਜਦੋਂ ਆ ਜਿਹੜੀ ਸੂਈਆਂ ਬੱਕਰੀਆਂ ਦਾ ਬਾਕੀ ਜਿਹੜੀਆਂ ਬੱਕਰੀਆਂ ਸੀ ਲੈ ਕੇ ਪਿੰਡ ਪਹੁੰਚਾ, ਰਸਤੇ ਦੇ ਵਿੱਚ ਕੁਛ ਬੱਕਰੀਆਂ ਜਿਹੜੀ ਸੀ ਮਹਾਂਪੁਰਖਾਂ ਦਾ ਜੋ ਵਜਨ ਨਿਕਲਿਆ ਸੀਗਾ ਇਸ ਤਰ੍ਹਾਂ ਬਿਮਾਰ ਹੋ ਗਈਆਂ ਤੇ ਜਿਹੜੀਆਂ ਬਿਮਾਰ ਬੱਕਰੀਆਂ ਸੀਗੀਆਂ ਉਹਨਾਂ ਨੇ ਰਾਤ ਨੂੰ ਆਪਣੇ ਜਿਹੜੇ ਸੂਏ ਸੀ ਬੱਚੇ ਜਿਹੜੇ ਸੀਗੇ ਉਹ ਛੱਡ ਦਿੱਤੇ ਤੇ ਜਿਹਦੇ ਕਰਕੇ ਫਿਰ ਆ ਜਿਹੜੀ ਸੀ ਜਦ ਦਿਨ ਚੜਿਆ ਉਹਨੂੰ ਪਤਾ ਲੱਗਾ ਤੇ ਉਹ ਸਭ ਕੁਝ ਗੱਲ ਸਮਝ ਗਿਆ ਕਿ ਮਹਾਂਪੁਰਖਾਂ ਨੇ ਜੋ ਬਚਨ ਕੀਤਾ ਸੀਗਾ ਕਿ 3 ਬੱਕਰੀਆਂ ਤੇਰੀਆਂ ਸੂਣੀਆਂ ਤੇ ਬਾਕੀਆਂ ਦੇ ਜਿਹੜੇ ਬੱਚੇ ਉਹ ਡਿੱਗ ਪੈਣੇ, ਬਚਨ ਬਿਲਕੁਲ ਸੱਤ ਹੋ ਗਿਆ। ਫਿਰ ਉਹ ਆ ਜਿਹੜੀ ਜਿਹੜਾ ਸੀਗਾ ਹੈ ਨਾ ਮਨ ਹੀ ਮਨ ਸ਼ਰਮਿੰਦਾ ਹੋ ਕੇ ਸਵੇਰੇ ਮਹਾਂਪੁਰਖਾਂ ਕੋਲ ਆਇਆ ਤਾਂ ਕਿ ਰੋਣ ਲੱਗ ਪਿਆ। ਜਦ ਰੋਣ ਲੱਗਾ ਤੇ ਫਿਰ ਮਹਾਂਪੁਰਖਾਂ ਨੂੰ ਜਾਣੀ ਕਿ ਉਹ 'ਤੇ ਤਰਸ ਆ ਗਿਆ
ਤੇ ਉਹਨੂੰ ਕਹਿਣ ਲੱਗੇ, ਕਹਿੰਦੇ ਕੋਈ ਗੱਲ ਨਹੀਂ ਭਾਈ, ਰੱਬ ਭਲੀ ਕਰੂਗਾ। ਜਦ ਇਹ ਗੱਲ ਹੋਈ ਫਿਰ ਆਜੜੀ ਨੇ ਕਹਿ ਦਿੱਤਾ ਸੀਗਾ ਕਿ ਇਹ ਜਿਹੜਾ ਮੇਰਾ ਦੁੱਧ ਹੈਗਾ ਮੈਨੂੰ ਇਹਦੇ ਵਿੱਚ ਨੁਕਸਾਨ ਬਹੁਤ ਹੋ ਗਿਆ। ਤੇ ਮਹਾਂਪੁਰਖਾਂ ਨੇ ਕਹਿ ਦਿੱਤਾ ਸੀਗਾ ਕਿ ਕੋਈ ਗੱਲ ਨਹੀਂ, ਤੇਰੀਆਂ ਬੱਕਰੀਆਂ ਜਿਹੜੀਆਂ ਸੂਈਆਂ ਦੁੱਧ ਬੜਾ ਦੇਣਗੀਆਂ ਤੇ ਉਹਦੇ ਨਾਲ ਤੇਰਾ ਜਿਹੜਾ ਜਿੰਨਾ ਨੁਕਸਾਨ ਹੋਇਆ ਉਹਦੀ ਪੂਰਤੀ ਹੋ ਜਾਊਗੀ। ਫਿਰ ਉਹ ਆਜੜੀ ਨੇ ਮਹਾਂਪੁਰਖਾਂ ਨੂੰ ਕਿਹਾ ਸੀ ਕਿ ਮਹਾਂਪੁਰਖੋ ਮੈਂ ਮੁਸਲਮਾਨ ਹੈਗਾ ਤੇ ਮੈਨੂੰ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ। ਪਰ ਉਹਦੀ ਪ੍ਰੇਮ ਭਾਵਨਾ ਦੇਖ ਕੇ ਬਾਬਾ ਜੀ ਨੇ ਕਹਿ ਦਿੱਤਾ ਸੀਗਾ ਕੋਈ ਗੱਲ ਨਹੀਂ, ਜੇ ਜਦੋਂ ਤੂੰ ਇੱਥੇ ਆਇਆ ਕਰੂੰਗਾ ਅਸੀਂ ਤੇਰੀ ਬੱਕਰੀਆਂ ਦਾ ਦੁੱਧ ਪੀ ਲਿਆ ਕਰਾਂਗੇ। ਦੇਖੋ ਮਹਾਂਪੁਰਖਾਂ ਨੇ ਫਿਰ ਆਪ ਹੀ ਹੱਥੀਂ ਦੁੱਧ ਚੋਣਾ ਤੇ ਉਸ ਆਜੜੀ ਦੀਆਂ ਬੱਕਰੀਆਂ ਦਾ ਪੀਣਾ। ਇਹ ਗੱਲ ਜਿਹੜੀ ਸੀ ਸੰਤ ਮਹਾਂਪੁਰਖ ਬਾਬਾ ਬਹਾਲ ਦਾਸ ਉਹਨਾਂ ਨੇ ਜਿਹੜੀ ਸੀ ਉਹ ਆਪ ਅੱਖੀਂ ਦੇਖੀ ਸੀ। ਇੱਕ ਘਟਨਾ ਉਹਨਾਂ ਨੇ ਹੋਰ ਵੀ ਸਾਂਝੀ ਕੀਤੀ ਸੀ। ਕਹਿੰਦੇ ਵੀ ਇੱਕ ਵਾਰੀ ਮੈਨੂੰ ਬੁਖਾਰ ਬੜਾ ਹੋ ਗਿਆ। ਜਦ ਬੁਖਾਰ ਬੜਾ ਹੋਇਆ ਤੇ ਉਹਨਾਂ ਦਿਨਾਂ ਦੇ ਵਿੱਚ ਦੀਵਾਲੀ ਦਾ ਟਾਈਮ ਸੀਗਾ। ਕਹਿੰਦੇ ਮੈਂ ਪਸ਼ੂ ਚਾਰ ਨਹੀਂ ਗਿਆ। ਜਦ ਨਹੀਂ ਗਿਆ ਤਾਂ ਮਹਾਂਪੁਰਖ ਜਿਹੜੇ ਸੀਗੇ ਉਹ ਆਪਣੇ ਰੰਗ 'ਚ ਬੈਠੇ ਸੀਗੇ। ਜਦੋਂ ਸਾਰੇ ਜਿਹੜੇ ਮੇਰੇ ਹਾਣ ਦੇ ਬੱਚੇ ਸੀਗੇ ਉਹ ਮਹਾਂਪੁਰਖਾਂ ਕੋਲ ਆਏ ਤੇ ਮਹਾਂਪੁਰਖਾਂ ਨੇ ਸਾਰਿਆਂ ਨੂੰ ਪੁੱਛਿਆ ਕਿ ਅੱਜ ਤੁਹਾਡਾ ਦੂਸਰਾ ਜਿਹੜਾ ਸਾਥੀ ਹੈਗਾ ਉਹ ਕਿਉਂ ਨਹੀਂ ਆਇਆ। ਤੇ ਸਾਰੇ ਬੱਚਿਆਂ ਨੇ ਜਿਹੜਾ ਸੀ ਉਹ ਦੱਸਿਆ ਕਿ ਬਿਹਾਲ ਸਿੰਘ ਨੂੰ ਬੁਖਾਰ ਹੋ ਗਿਆ। ਤੇ ਮਹਾਂਪੁਰਖ ਇਹ ਸੁਣ ਕੇ ਫਿਰ ਚੁੱਪ ਕਰ ਗਏ। ਫਿਰ ਉਹ ਬੱਚੇ ਕਹਿਣ ਲੱਗੇ ਮਹਾਂਪੁਰਖੋ ਕੱਲ੍ਹ ਦੀਵਾਲੀ ਹੈਗੀ ਅਤੇ ਸਾਡੇ ਪਿੰਡ ਮਠਿਆਈ ਜਿਹੜੀ ਬਣ ਰਹੀ ਹੈਗੀ ਹੈ ਤਾਂ ਆਪਾਂ ਕੱਲ੍ਹ ਦੀਵਾਲੀ 'ਤੇ ਸਾਰੇ ਇਕੱਠੇ ਹੋ ਕੇ ਮਠਿਆਈ ਖਾਵਾਂਗੇ। ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਕੱਲ੍ਹ ਜਿਹੜੀ ਮਠਿਆਈ ਕੀ ਖਾਣੀ ਆ, ਅੱਜ ਹੀ ਆਪਾਂ ਮਠਿਆਈ ਜਿਹੜੀ ਮੰਗਾ ਲੈਂਦੇ ਹਾਂ। ਜਦ ਕਹਿੰਦੇ ਇੰਨੀ ਗੱਲ ਹੋਈ ਸੀ ਤਾਂ ਮਹਾਂਪੁਰਖਾਂ ਨੇ ਫਿਰ 2 ਰੁਪਈਏ ਕੱਢੇ ਅਤੇ ਇੱਕ ਬੱਚੇ ਦੇ ਹੱਥ 'ਚ ਫੜਾਤੇ। ਕਹਿੰਦੇ ਇੱਦਾਂ ਕਰ 2 ਰੁਪਏ ਦੀ ਮਠਿਆਈ ਗਰਮ ਗਰਮ ਹੋਣੇ ਲੈ ਆਓ। ਕਹਿੰਦੇ ਇੱਕ ਬੱਚਾ ਗਿਆ ਜਾ ਕੇ 2 ਰੁਪਈਆਂ ਦੀ ਮਠਿਆਈ ਲੈ ਆਇਆ ਅਤੇ ਆ ਕੇ ਬਾਬਾ ਜੀ ਦੇ ਹੱਥ 'ਚ ਫੜਾਤੀ। ਬਾਬਾ ਜੀ ਨੇ ਸਾਰੀ ਮਠਿਆਈ ਸਾਰੇ ਬੱਚਿਆਂ ਦੇ ਵਿੱਚ ਜਿਹੜੀ ਬਣ ਦਿੱਤੀ। ਸਾਰੇ ਬੱਚੇ ਜਿਹੜੇ ਸੀ ਮਠਿਆਈ ਖਾਂਦੇ ਬੜੇ ਖੁਸ਼ ਹੋਏ। ਅਤੇ ਜਿਹੜੀ ਬਚ ਗਈ ਤਾਂ ਉਹ ਜਿਹੜੀ ਸੀ ਇੱਕ ਬੱਚੇ ਨੂੰ ਦੇ ਕੇ ਕਹਿਣ ਲੱਗੇ, ਕਹਿੰਦੇ ਭਾਈ ਆਹ ਜਿਹੜਾ ਤੇਰਾ ਦੋਸਤ ਹਨ ਜਿਹਨੂੰ ਬੁਖਾਰ ਚੜ੍ਹਿਆ ਹੈਗਾ ਅੱਜ ਆਇਆ ਜੀ, ਉਹਨੂੰ ਕਰ ਦੇ ਜੀ। ਕਹਿੰਦੇ ਜਦ ਇੰਨੀ ਗੱਲ ਹੋਈ ਸੀ ਤਾਂ ਉਹ ਬੱਚਾ ਜਾ ਕੇ ਸੰਤ ਬਹਾਲ ਦਾਸ ਉਹਨਾਂ ਨੂੰ ਜਿਹੜਾ ਨੂੰ ਬੁਖਾਰ ਘਰ 'ਚ ਬੜ ਚੜ੍ਹਿਆ ਸੀਗਾ, ਕਹਿੰਦੇ ਉਹਨਾਂ ਨੂੰ ਜਿਹੜੇ ਸੀ ਮਠਿਆਈ ਦੇਣ ਗਿਆ ਅਤੇ ਉਹਨੂੰ ਕਹਿ ਤਾ ਕਿ ਆਹ ਜਿਹੜੀ ਮਠਿਆਈ ਹੈ ਬਾਬਾ ਜੀ ਨੇ ਤੇਰੇ ਵਾਸਤੇ ਭੇਜੀ ਆ। ਦੇਖੋ ਸੰਤ ਬਿਹਾਲ ਦਾਸ ਜੀ ਦੱਸਦੇ ਸੀ ਅਸੀਂ ਉਹਨਾਂ ਟਾਈਮਾਂ ਦੇ ਵਿੱਚ ਬੜੇ ਛੋਟੇ ਸੀਗੇ, ਪਰ ਜਦੋਂ ਬਾਬਾ ਜੀ ਦੇ ਹੱਥ ਦੀ ਦਿੱਤੀ ਮਠਿਆਈ ਅਸੀਂ ਖਾਧੀ ਸੀ, ਸਾਡਾ ਬੁਖਾਰ ਉਸੇ ਟਾਈਮ ਟੁੱਟ ਗਿਆ ਸੀਗਾ ਅਤੇ ਸਾਡੇ ਮਨ ਦੇ ਵਿੱਚ ਐਡੀ ਫੁਰਤੀ ਆ ਗਈ ਸੀ, ਸ਼ਕਤੀ, ਅਸੀਂ ਦੌੜ ਕੇ ਬਾਬਾ ਜੀ ਦੇ ਪਾਸ ਚੱਲ ਗਏ ਸੀ। ਜਦ ਜਾ ਕੇ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਕਿਹਾ ਕਿਉਂ ਤੇਰਾ ਬੁਖਾਰ ਉਤਰ ਗਿਆ ਹੈਗਾ। ਕਹਿੰਦੇ ਅਸੀਂ ਚੁੱਪ ਕਰ ਗਏ। ਅਤੇ ਫਿਰ ਕਹਿੰਦੇ ਵੀ ਮਹਾਂਪੁਰਖ ਨੂੰ ਅਸੀਂ ਇਹ ਗੱਲ ਕਹਿ ਦਿੱਤੀ ਕਿ ਮਹਾਂਪੁਰਖ ਸਾਨੂੰ ਕੋਈ ਸੇਵਾ ਦੱਸੋ। ਅਤੇ ਬਾਬਾ ਜੀ ਨੇ ਕਹਿ ਤਾ, ਕਹਿੰਦੇ ਭਾਈ ਸੇਵਾ ਤੂੰ ਕੀ ਕਰੂੰਗਾ। ਕਹਿੰਦੇ ਅਸੀਂ ਕਿਹਾ ਵੀ ਕੁਛ ਵੀ ਦੱਸੋ। ਮਹਾਂਪੁਰਖ ਕਹਿੰਦੇ ਵੀ ਇਸ ਤਰ੍ਹਾਂ ਕਰ, ਸਾਡਾ ਇਸ਼ਨਾਨ ਕਰਨ ਨੂੰ ਦਿਲ ਕਰਦਾ, ਜੇ ਤੂੰ ਸੇਵਾ ਕਰ ਸਕਦਾ ਦੇਖ ਲੈ। ਫਿਰ ਸੰਤ ਬਹਾਲ ਦਾਸ ਜੀ ਕਹਿੰਦੇ ਸੀ ਕਿ ਅਸੀਂ ਘਰੋਂ ਜਾ ਕੇ ਇੱਕ ਘਰੋਟੀ ਦੇ ਵਿੱਚ ਪਾਣੀ ਲੈ ਆਉਣਾ ਅਤੇ ਉਹਦੇ ਵਿੱਚ ਸੰਤ ਬਾਬਾ ਮਹਾਰਨਾਮ ਸੋਹਣਾ ਨੇ ਇਸ਼ਨਾਨ ਕਰਨਾ। ਇਹ ਸੇਵਾ ਅਸੀਂ ਕਾਫੀ ਚਿਰ ਕਰਦੇ ਰਹੇ, ਪਰ ਮਹਾਂਪੁਰਖਾਂ ਦੇ ਬਚਨ ਸੁਣਨੇ, ਸੰਗਤਾਂ ਨੇ ਆਉਣੀਆਂ, ਸਾਡਾ ਪ੍ਰੇਮ ਮਹਾਂਪੁਰਖਾਂ ਦੇ ਨਾਲ ਇੰਨਾ ਹੋ ਗਿਆ ਕਿ ਸਾਡਾ ਮਨ ਜਿਹੜਾ ਸੀ ਕਹਿੰਦੇ ਘਰ ਨਹੀਂ ਸੀ ਲੱਗਦਾ। ਇੱਕ ਦਿਨ ਕਹਿੰਦੇ ਅਸੀਂ ਮਹਾਂਪੁਰਖ ਨੂੰ ਆਪ ਹੀ ਕਹਿ ਤਾ, ਮਹਾਂਪੁਰਖੋ ਕੋਈ ਐਸੀ ਸੇਵਾ ਦੱਸੋ ਜਿਹਦੇ ਨਾਲ ਸਾਡਾ ਵਿਛੋੜਾ ਤੁਹਾਡੇ ਨਾਲ ਕਦੇ ਨਾ ਹੋਵੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਮਹਾਰਨਾਮ ਸੋਹਣਾ ਕਿਹਾ ਸੀ, ਕਹਿੰਦੇ ਬਿਹਾਲ ਦਾਸ ਇਹ ਸੇਵਾ ਕਰਨੀ ਚਾਕਰੀ ਬੜੀ ਔਖੀ ਆ। ਕਹਿੰਦੇ ਅਸੀਂ ਕਹਿ ਤਾ ਮਹਾਂਪੁਰਖੋ ਕੁਛ ਵੀ ਹੋਵੇ ਅਸੀਂ ਆਪਦੀ ਸੇਵਾ ਹੀ ਕਰਨੀ ਆ। ਕਹਿੰਦੇ ਇੰਨੀ ਗੱਲ ਹੋਈ ਸੀ ਤਾਂ ਮਹਾਂਪੁਰਖ ਚੁੱਪ ਕਰ ਗਏ। ਉਸ ਤੋਂ ਬਾਅਦ ਸੰਤ ਬਿਹਾਲ ਦਾਸ ਜੀ ਕਹਿੰਦੇ ਅਸੀਂ ਘਰ ਚਲੇ ਗਏ ਅਤੇ ਘਰ ਜਾ ਕੇ ਜਿਹੜੀ ਸਾਡੀ ਭੈਣ ਸੀ ਅਸੀਂ ਉਹਨੂੰ ਗੱਲ ਦੱਸ ਦਿੱਤੀ ਵੀ ਅਸੀਂ ਮਹਾਂਪੁਰਖਾਂ ਦੀ ਸੇਵਾ ਕਰਨੀ ਹੈ। ਕਹਿੰਦੇ ਸਾਡੀ ਭੈਣ ਨੇ ਸਾਨੂੰ ਖੁਸ਼ੀ ਨਾਲ ਤੋਰ ਦਿੱਤਾ ਅਤੇ ਅਸੀਂ ਫਿਰ ਮਹਾਂਪੁਰਖਾਂ ਕੋਲ ਪੱਕੇ ਜਿਹੜੇ ਸੀ ਜਾਣ ਦਾ ਨਿਹਚਾ ਬਣਾ ਲਿਆ। ਜਿੱਦਣ ਕਿਤੇ ਅਸੀਂ ਜਾਣ ਲੱਗੇ ਉਸ ਦਿਨ ਰਾਤ ਬਹੁਤ ਜ਼ਿਆਦਾ ਮੀਂਹ ਹਨੇਰੀ ਆਈ ਅਤੇ ਅੱਧੀ ਰਾਤ ਦਾ ਟਾਈਮ ਸੀਗਾ। ਅਸੀਂ ਅੱਧੀ ਰਾਤ ਨੂੰ ਮੀਂਹ ਹਨੇਰੀ ਦੇ ਵਿੱਚ ਹੀ ਕਹਿੰਦੇ ਮਹਾਂਪੁਰਖਾਂ ਦੇ ਪਾਸ ਪਹੁੰਚ ਗਏ। ਜਦ ਪਹੁੰਚੇ ਤਾਂ ਮਹਾਂਪੁਰਖ ਜਿਹੜੇ ਸੀ ਕਹਿੰਦੇ ਉਹ ਸਮਾਧੀ ਲਾ ਕੇ ਬੈਠੇ ਸੀ। ਜਦੋਂ ਅਸੀਂ ਜਾ ਕੇ ਮੱਥਾ ਟੇਕਿਆ ਅਤੇ ਬਾਬਾ ਮਹਾਰਨਾਮ ਸੋਹਣੇ ਨੇ ਅੱਖਾਂ ਖੋਲ੍ਹੀਆਂ। ਅੱਖਾਂ ਖੋਲ੍ਹ ਕੇ ਕਹਿਣ ਲੱਗੇ, ਕਹਿੰਦੇ ਬਿਹਾਲ ਦਾਸ ਤੂੰ ਪਹਿਲੇ ਇਮਤਿਹਾਨ ਵਿੱਚੋਂ ਪਾਸ ਹੋ ਗਿਆ ਹੈ। ਉਸ ਤੋਂ ਬਾਅਦ ਫਿਰ ਸੰਤ ਬਿਹਾਲ ਦਾਸ ਸੋਹਣਾ ਨੇ ਜਿਹੜਾ ਸੀਗਾ ਪਿੱਛਾ ਮੁੜ ਕੇ ਨਹੀਂ ਦੇਖਿਆ। ਮਹਾਂਪੁਰਖਾਂ ਦੀ ਐਸੀ ਸੇਵਾ ਕੀਤੀ ਸੀ ਕਿ ਮਹਾਂਪੁਰਖਾਂ ਨੇ ਸੰਤ ਬਿਹਾਲ ਦਾਸ ਉੱਤੇ ਐਸੀ ਕਿਰਪਾ ਕੀਤੀ ਸੀ ਕਿ ਸਾਰੀਆਂ ਜਿਹੜੀਆਂ ਰਿੱਧੀਆਂ ਸਿੱਧੀਆਂ ਸੀ ਉਹਨਾਂ ਨੂੰ ਬਖਸ਼ ਦਿੱਤੀਆਂ ਸੀਗੀਆਂ ਅਤੇ ਉਹਨਾਂ ਦੇ ਉੱਤੇ ਐਸੀ ਕਿਰਪਾ ਕੀਤੀ ਸੀ ਕਿ ਉਹਨਾਂ ਦਾ ਜਨਮ ਮਰਨ ਸਾਰਾ ਕੁਛ ਕੱਟ ਕੇ ਉਹਨਾਂ ਨੂੰ ਆਪਣਾ ਹੀ ਰੂਪ ਜਿਹੜਾ ਸੀ ਉਹ ਬਖਸ਼ ਦਿੱਤਾ ਸੀਗਾ। ਐਸੀ ਕਿਰਪਾ ਜਿਹੜੀ ਸੀ ਉਹ ਮਹਾਂਪੁਰਖਾਂ ਨੇ ਸੰਤ ਬਿਹਾਲ ਦਾਸ ਉਹਨਾਂ ਦੇ ਉੱਤੇ ਕੀਤੀ ਸੀਗੀ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।